फैसलाबाद की बुनियाद इस तरह रखी गई। फिर मैं क्या कहते तू आए तो पता लगता सारे वैसे दोस्त आजा 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 इधरों आजा आजा शराज आजा आजा वही कह रहे हैं जो जो आया ना ले फिर आजा उधर भी आजा आजा जिले मोहसिन अब्बास हैदर फेसबुक के उत्ते या इधर उधर अपनी जी तस्वीरें लाता 6 पैक नज़र आ रहे होंगे उन्होंने इस गल का जरा भी ख्याल नहीं होंगे कि वो खवातीनों हजरात जोड़े ने वो कुछ थोड़ दिले लोग होंगे ने मतलब मेरे वर्गे जो मेल हजरात जोड़े ने नहीं नहीं हाले वो करिए स्टार्ट जी बिस्मिल्लाह ते वो की कहंदे ओनू जेड़ा इदां करदे हुंदे क्लैप फिल्म च क्लैप वो क्यों हुंदा है ਉਹਦੇ ਤੇ ਲਿਖਿਆ ਹੁੰਦਾ ਹੈ ਸਾਰਾ ਸੀਨ ਨੰਬਰ ਲਿਖਿਆ ਹੁੰਦਾ ਹੈ ਡਾਇਰੈਕਟਰ ਦਾ ਨਾਮ ਪ੍ਰੋਜੈਕਟ ਦਾ ਨਾਮ ਟੇਕ ਨੰਬਰ ਉਤੋਂ ਸਟਾਰਟ ਕਰਦੇ ਉਸ ਤੋਂ ਸਹੀ ਹੈ ਤੇ ਤੁਸੀਂ ਸਟਾਰਟ ਕਿੱਥੋਂ ਕੀਤਾ ਵਾਹ ਸਵਾਲ ਦੇ ਸਦਕੇ ਮੈਂ ਭਾਜੀ ਐਸੇ ਸ਼ਹਿਰੇ ਖਾਕ ਤੋਂ ਹੀ ਸਟਾਰਟ ਕੀਤਾ ਸੀ ਫੈਸਲਾਬਾਦ ਤੋਂ ਸ਼ਹਿਰੇ ਖਾਕ ਸਾਡੇ ਉਰਦੂ ਦੇ ਇੱਕ ਟੀਚਰ ਸੀ ਉਹਨਾਂ ਦਾ ਤਾਲੁਕ ਸੀ ਸਰਗੋਦਾ ਤੋਂ ਆਸਿਮ ਕਲਿਆਰ ਸਾਹਿਬ ਉਹ ਇਹਨੂੰ ਕਹਿੰਦੇ ਹੁੰਦੇ ਸੀ ਸ਼ਹਿਰੇ ਖਾਕ ਔਰ ਮੈਂ ਔਰ ਮੇਰੇ ਇਕਲੌਤੇ ਦੋਸਤ ਜਿਹੜੇ ਨੇ ਅਸ਼ਫਾਕ ਅਸੀਂ ਜਦੋਂ ਬਾਈਕ ਤੇ ਜਾਂਦੇ ਹੁੰਦੇ ਸੀ ਜੀਸੀ ਤੇ ਸਾਨੂੰ ਅਹਿਸਾਸ ਵੀ ਦਵਾਉਂਦਾ ਸੀ ਇਹ ਸ਼ਹਿਰ ਫਿਰ ਅਸੀਂ ਰੁਮਾਲ ਬੰਨੇ ਹੋਣੇ ਅੱਛਾ ਡਾਕੂਆਰ ਉੱਥੇ ਪਹੁੰਚਣਾ ਤੇ ਆਪਣੀ ਬਾਈਕ ਤੇ ਸ਼ੀਸ਼ੇ ਨਹੀਂ ਲਵਾਏ ਕਿ ਬੁਰੇ ਲੱਗਦੇ ਨੇ ਕਿਸੇ ਹੋਰ ਦੀ ਬਾਈਕ ਤੇ ਜਾ ਕੇ ਸ਼ੀਸ਼ਾ ਸਿੱਧਾ ਕਰਕੇ ਉਹਦੇ ਤੇ ਆਪਣੇ ਆਪ ਨੂੰ ਸੰਵਾਰ ਕੇ ਜ਼ਰਾ ਹਾਂ ਤੇ ਫਿਰ ਐਂਟਰੀ ਦੇਣੀ ਯੂਨੀਵਰਸਿਟੀ 'ਚ ਵਾਹ 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 ਤੇ ਉਹ ਯੂਨੀਵਰਸਿਟੀ ਜਿਹੜੀ ਸੀ ਉਹੀ ਆਗਾਜ਼ ਬਣ ਗਈ ਉਹੀ ਸਟਾਰਟ ਬਣ ਗਈ ਉੱਥੋਂ ਹੀ ਸਿਲਸਿਲੇ ਜਿਹੜੇ ਨੇ ਉਹ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਦੋਂ ਸ਼ੁਰੂ ਹੋਈਆਂ ਉੱਥੋਂ ਐਕਸਪਲੋਰ ਹੋਣਾ ਸ਼ੁਰੂ ਹੋਇਆ ਕਿ ਅੱਛਾ ਗਾਇਕ ਵੀ ਹੈ ਅੰਦਰ ਅਦਾਕਾਰ ਵੀ ਹੈ ਤੇ ਫਿਰ ਰੇਡੀਓ ਆਇਆ ਫੈਸਲਾਬਾਦ 'ਚ ਰੇਡੀਓ ਸ਼ੁਰੂ ਕੀਤਾ ਸਿਟੀ FM 89 ਤੋਂ ਇਹ ਕਹਾਣੀ ਬਹੁਤ ਸਾਰੇ ਲੋਕ ਜਾਣਦੇ ਨੇ ਲੇਕਿਨ ਦੁਬਾਰਾ ਕਹਿ ਦੇਣਾ ਕਿਉਂਕਿ ਪੰਜਾਬੀ 'ਚ ਕਿਸੇ ਨੇ ਨਹੀਂ ਸੁਣੀ ਹੋਣੀ ਦੋ ਉੱਥੇ ਮੇਰੀ ਕੁਲੀਗ ਸਨ ਉਹਨਾਂ ਨੂੰ ਆਇਆ ਹੁਣ ਉਹ ਵਜ੍ਹਾ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਕਿ ਮੈਨੂੰ ਲੈਟਰ ਕਿਉਂ ਨਹੀਂ ਆਇਆ ਤੇ ਉਹਨਾਂ ਨੂੰ ਕਿਉਂ ਆ ਗਿਆ ਰੇਡੀਓ ਵਾਲਿਆਂ ਦੀ ਉਹਦੇ 'ਚ ਕੀ ਮਸਲੇਹਤ ਸੀ ਲੇਕਿਨ ਬਹਰਹਾਲ ਉਹਨਾਂ ਦੋਨਾਂ ਨੂੰ ਲੈਟਰ ਆਇਆ ਉਹਨਾਂ ਨੂੰ ਤੇ ਉਹ ਚਲੀਆਂ ਗਈਆਂ ਤੇ ਮੈਂ ਐਵੇਂ ਨਾਲ ਰੇਡੀਓ ਦੇਖਣ ਉਹਨਾਂ ਨੇ ਕਿਹਾ ਨਾਲ ਆ ਜਾ ਤੂੰ ਵੀ ਮੈਂ ਚਲਾ ਗਿਆ ਕਿ ਰੇਡੀਓ ਫੈਸਲਾਬਾਦ ਜੋ ਕਿ ਇੰਡਸਟਰੀ ਹੈ ਨਹੀਂ ਉਸ ਤਰ੍ਹਾਂ ਤੇ ਉਹ ਦੇਖਣ ਅਸੀਂ ਪਹੁੰਚੇ ਉੱਥੇ ਤੇ ਮੈਂ ਹੁਣ ਕਮਰੇ 'ਚ ਬੈਠਾ ਉਹਨਾਂ ਦਾ ਆਡੀਸ਼ਨ ਚੱਲ ਰਿਹਾ ਤੇ ਇੱਕ ਬੰਦਾ ਆਇਆ ਉਹਨੇ ਝਾਤੀ ਮਾਰੀ ਅੰਦਰ ਤੇ ਮੈਂ ਇਕੱਲਾ ਹੀ ਹੁਣ ਰਹਿ ਗਿਆ ਉਹਨੇ ਕਿਹਾ ਮਾਈਕ ਟੈਸਟ ਮੈਂ ਕਿਹਾ ਕਿਉਂ ਨਹੀਂ ਆਓ ਤੇ ਮੈਂ ਟੁਰ ਪਿਆ ਉਹਦੇ ਮਗਰ ਸਟੂਡੀਓ ਹੁਣ ਦੇਖ ਰਿਹਾ ਮੈਂ ਹਵਨਕਾਰ ਤੇ ਜਾ ਕੇ ਮਾਈਕ ਤੇ ਬੈਠਾ ਤੇ ਮੁੱਕਦੀ ਇਹ ਵੇ ਕਿ ਉਦੋਂ ਵੀ ਰਿਜੈਕਟ ਹੋ ਗਈਆਂ ਤੇ ਮੈਂ ਸਿਲੈਕਟ ਹੋ ਗਿਆ ਤੇ ਉਹ ਅੱਜ ਤੱਕ ਮੈਨੂੰ ਲੱਭਦੀਆਂ ਹੋਣੀਆਂ ਕਿ ਉਹ ਕਿੱਧਰ ਗਿਆ ਸਾਨੂੰ ਰਿਜੈਕਟ ਕਰਾ ਕੇ ਨਹੀਂ ਹੁਣ ਤਾਂ ਤੁਸੀਂ ਨਜ਼ਰ ਆਉਂਦੇ ਹੋਣੇ ਨਾ ਉਹਨਾਂ ਨੂੰ ਜਾ ਬਜਾ ਤੇ ਬਸ ਇਹ ਹੋਈ ਕਿ ਉਹ ਮੈਂ ਫਿਰ ਰੇਡੀਓ ਤੇ ਸਿਲੈਕਟ ਹੋਇਆ ਤੇ ਉਹਦੀ ਅੱਛਾ ਰੇਡੀਓ ਦੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ ਰੇਡੀਓ ਸੀ ਅੰਗਰੇਜ਼ੀ ਦਾ ਮੈਂ ਬੱਚਾ ਸੀ ਉਰਦੂ ਮੀਡੀਅਮ ਉਹਦੇ ਬਾਵਜੂਦ ਮੇਰਾ ਸਿਲੈਕਸ਼ਨ ਹੋ ਗਿਆ ਉੱਥੇ ਬਾਇਲਿੰਗੁਅਲ ਸ਼ੋਅ ਕਰਨਾ ਸ਼ੁਰੂ ਕੀਤਾ ਮੈਂ ਪਹਿਲੇ ਲਿਖ ਕੇ ਲੈ ਜਾਂਦਾ ਸੀ ਲਿੰਕ ਨੰਬਰ 1 ਉਹ ਲਿਖਿਆ ਹੋਣਾ ਲਿੰਕ ਨੰਬਰ 2 ਉਹ ਲਿਖਿਆ ਹੋਣਾ ਉਹ ਲਿਖ ਕੇ ਉਹਨੂੰ ਮੈਂ ਤਿਆਰ ਕਰਕੇ ਉਹਦੇ 'ਚ ਮੇਰੀ ਹੈਲਪ ਕਰਦੀ ਸੀ ਸਾਡੀ ਇੱਕ ਡਿਬੇਟਰ ਸਨ ਜੀਸੀ ਦੀ ਜ਼ਾਹਿਦਾ ਜਾਵੇਦ ਉਹਨਾਂ ਦਾ ਨਾਂ ਸੀ ਉਹ ਮੇਰੀ ਹੈਲਪ ਕਰਦੇ ਸੀ ਉਹ ਡਿਬੇਟਰ ਸੀ ਕਿਉਂਕਿ ਤੇ ਉਹਨਾਂ ਦੀ ਜ਼ਰਾ ਉਦੋਂ ਤੱਕ ਮੈਂ ਸ਼ਾਇਦ ਇੰਨਾ ਪੁਖਤਾ ਨਹੀਂ ਹੋਇਆ ਸੀ ਹਲੇ ਵੀ ਸਿੱਖ ਰਿਹਾ ਲੇਕਿਨ ਫਿਰ ਵੀ ਥੋੜ੍ਹਾ ਬਹੁਤ ਚੀਜ਼ਾਂ ਨੂੰ ਸਮਝ ਜਾਂਦੇ ਉਦੋਂ ਮੈਨੂੰ ਮੇਰੇ ਲਿਖਣਾ ਜਾਂ ਮੇਰੇ ਅਲਫਾਜ਼ ਦਾ ਜ਼ਖੀਰਾ ਐਡਾ ਵੱਡਾ ਨਹੀਂ ਸੀ ਉਹ ਜ਼ਰਾ ਮੈਨੂੰ ਅੱਛਾ ਜਿਹਾ ਲਿਖ ਕੇ ਸ਼ੇਰ ਲਿਖ ਕੇ ਤੇ ਮੈਨੂੰ ਉਹ ਦੇ ਦਿੰਦੇ ਸੀ ਨਾਲ ਉਹਦੇ ਤੇ ਮੈਂ ਉਹੀ ਸ਼ੁਰੂ ਕਰਤਾ ਮੈਂ ਸਿਲਸਿਲਾ ਮੈਂ ਕਿਉਂਕਿ ਪੰਜਾਬ 'ਚ ਬੜਾ ਰਿਵਾਜ ਹੈ ਭਾਜੀ ਕਿ ਤਿਆਰ ਸ਼ਿਆਰ ਕਰਕੇ ਕੋਈ ਹੁਨਰ ਦੇ ਕੇ ਨਾ ਮੁੰਡੇ ਨੂੰ ਤੇ ਉਹਨੂੰ ਬਾਹਰ ਭੇਜ ਦਿਓ ਉਹਨੂੰ ਕੋਇਤ ਭੇਜ ਦਿਓ ਦੁਬਈ ਭੇਜ ਦਿਓ ਤੇ ਇਹੋ ਹੀ ਰੁਝਾਨ ਸੀ ਘਰ 'ਚ ਤੇ ਉਹ ਉਹਨਾਂ ਨੇ ਸੋਚਿਆ ਕਿ ਲਓ ਜੀ ਇਹਨੂੰ ਮਕੈਨਿਕੀ ਸਿਖਾਈਏ ਤੇ ਉਹਨਾਂ ਨੇ ਮੈਨੂੰ ਨਾ ਇੱਕ ਮਕੈਨਿਕ ਕੋਲ ਪਾਇਆ ਉਹਦੀ ਵੀ ਇੰਟਰਸਟਿੰਗ ਗੱਲ ਇਹ ਵੇ ਕਿ ਗੱਲਾਂ 'ਚੋਂ ਗੱਲ ਇਸ ਤਰ੍ਹਾਂ ਨਿਕਲ ਰਹੀ ਕਿ ਜਿਹੜੀ ਜਗ੍ਹਾ ਤੇ ਉਹ ਮਕੈਨਿਕ ਦੀ ਦੁਕਾਨ ਸੀ ਉਸ ਜਗ੍ਹਾ ਤੇ ਸਾਡੇ ਘਰਦਿਆਂ ਦਾ ਆਪਣਾ ਇੱਕ ਟਾਈਮ 'ਚ ਰੈਸਟੋਰੈਂਟ ਹੁੰਦਾ ਸੀ ਬੜਾ ਅੱਛਾ ਔਰ ਬੜਾ ਵੱਡਾ ਔਰ ਬੜਾ ਚੱਲਣਾ ਅੱਛਾ ਔਰ ਉੱਥੇ ਹੀ ਮੈਂ
ਇੱਕ ਉਸਤਾਦ ਦਾ ਚੇਲਾ ਬਣ ਕੇ ਉੱਥੇ ਕੰਮ ਸਿੱਖਣ ਬੈਠਾ ਸੀ। ਉਹ ਕਿਸ ਤਰ੍ਹਾਂ ਸਵਾਲ ਪਜ਼ੀਰ ਹੋਇਆ, ਉਹ ਇਕੱਲੇ ਦਾ ਕੰਮ। ਲੇਕਿਨ ਮੈਂ ਉਸੇ ਦੁਕਾਨ 'ਚ ਐਸ ਸ਼ਾਗਿਰਦ ਹੁਣ ਕੰਮ ਕਰ ਰਿਹਾ, ਤੇ ਮੈਨੂੰ ਯਾਦ ਹੈ ਮੇਰੇ ਉਸਤਾਦ ਨੇ ਮੈਨੂੰ ਕਿਹਾ ਕਿ ਉਦੋਂ ਮੈਂ ਰੇਡੀਓ ਵੀ ਨਵਾਂ ਸ਼ੁਰੂ ਕੀਤਾ, ਤੇ ਹੁਣ ਉਸਤਾਦ ਜੀ ਨੇ ਕਿਤੇ ਸੁਣ ਲਿਆ, ਮੇਰੇ ਨਾ ਸਾਥੀਆਂ ਨੇ ਦੱਸਿਆ ਕਿ ਉਸਤਾਦ ਜੀ ਇਹ ਤੇ ਮੋਹਸਿਨ ਤੇ ਉਹ ਕਰਦਾ ਤੇ ਰੇਡੀਓ ਕਰਦਾ। ਉਸਤਾਦ ਉਹਨਾਂ ਨੇ ਕਿਹਾ ਬਹੁਤ ਛੱਡੋ ਕੰਮ, ਇੱਧਰ ਆਓ ਸਾਰੇ। ਉਹਨਾਂ ਨੇ ਉੱਥੇ ਮਹਿਫਿਲ ਜੀ ਬਣਾਈ ਤੇ ਕਹਿੰਦੇ ਬੋਲ ਕੇ ਦਿਖਾ ਕਿਸ ਤਰ੍ਹਾਂ ਬੋਲਣਾ ਰੇਡੀਓ ਤੇ। ਮੈਂ ਕਿਹਾ ਹੁਣ ਨਾ ਘਬਰਾਇਆ ਜੇ ਮੈਂ, ਕਿਉਂਕਿ ਮੈਂ ਪਹਿਲੇ ਬੜਾ ਸ਼ਾਏ ਸੀ ਭਾਜੀ, ਤੇ ਮੈਂ ਹੁਣ ਉੱਥੇ ਉਹਨਾਂ ਨੂੰ ਲਿੰਕ ਬੋਲ ਕੇ ਦਿਖਾਇਆ ਤੇ ਉਹਨਾਂ ਨੇ ਜਨਾਬ ਤਾਲੀਆਂ ਵਾਲੀਆਂ ਵਜਾਈਆਂ। ਤੇ ਉਹ ਮੈਨੂੰ ਹੁਣ ਨਾ ਉਹ ਅੰਦਰ ਵਾਲਾ ਆਰਟਿਸਟ ਨੂੰ ਹੁਣ ਤਕਵੀਅਤ ਮਿਲਣਾ ਸ਼ੁਰੂ ਹੋਈ ਇਹਨਾਂ ਚੀਜ਼ਾਂ ਤੋਂ। ਫਿਰ ਯੂਨੀਵਰਸਿਟੀ 'ਚ ਜਦੋਂ ਗਾਣੇ ਵਾਣੇ ਗਾਏ, ਕੰਪੀਟੀਸ਼ਨਸ ਜਿੱਤੇ, ਤੇ ਫਿਰ ਉਹ ਕੌਨਫੀਡੈਂਸ ਬਹਾਲ ਹੋਣਾ ਸ਼ੁਰੂ ਹੋਇਆ ਮਜ਼ੀਦ। ਫਿਰ ਇੱਥੇ ਤੱਕ ਦਾ ਸਫ਼ਰ ਹੈ ਫੈਸਲਾਬਾਦ ਦਾ। ਅਗਲਾ ਸਫ਼ਰ ਫਿਰ ਲੈ ਜਾਂਦਾ ਮੈਨੂੰ ਕਰਾਚੀ। ਅੱਛਾ, ਜਿਹੜੇ ਮੋਹਸਿਨ ਅਬਾਸ ਹੈਦਰ ਫੇਸਬੁੱਕ ਤੇ ਜਾਂ ਇੱਧਰ ਉੱਧਰ ਆਪਣੀ ਤਸਵੀਰਾਂ ਲਾਉਂਦੇ ਨੇ, 6 ਪੈਕ ਨਜ਼ਰ ਆ ਰਹੇ ਹੁੰਦੇ ਆ, ਜਿਮ 'ਚ ਤਸਵੀਰਾਂ ਲਾਉਂਦੇ, ਉਦੋਂ ਮੋਹਸਿਨ ਅਬਾਸ ਹੈਦਰ ਦੇ ਦਿਲ 'ਚ ਜ਼ਰਾ ਵੀ ਰਹਿਮ ਨਹੀਂ ਆਉਂਦਾ ਕਿ ਵੀ ਇਹ ਤਸਵੀਰਾਂ ਮੇਰੀਆਂ ਖਵਾਤੀਨ ਨੇ ਵੀ ਦੇਖਣੀਆਂ ਨੇ, ਮੇਰੇ ਵਰਗੇ ਫਰਬਾ ਲੋਕ ਜਿਹੜੇ ਦੇਖ ਕੇ ਸ਼ਰਮਿੰਦਾ ਹੋਣ? ਨਹੀਂ, ਇਸ ਤਰ੍ਹਾਂ ਕਿਉਂ ਹੁੰਦਾ? ਤੁਹਾਨੂੰ ਉਸ ਟਾਈਮ ਖਿਆਲ ਨਹੀਂ ਆ ਰਿਹਾ ਹੁੰਦਾ ਯਾਰ ਕਿ ਕਿਉਂ ਇਸ ਤਰ੍ਹਾਂ ਹੁੰਦਾ? ਭਾਜੀ ਮੈਨੂੰ ਨਾ ਐਕਚੁਅਲੀ ਬੜੇ ਅਰਸੇ ਤੋਂ ਸ਼ੌਕ ਸੀ, ਮੈਨੂੰ ਅੱਛੇ ਤੰਦਰੁਸਤ ਨੌਜਵਾਨ ਪਸੰਦ ਸੀ ਹਮੇਸ਼ਾ ਤੋਂ। ਹੁਣ ਇਹਦਾ ਕੋਈ ਹੋਰ ਮਤਲਬ ਨਾ ਲਿਆ ਜੀ, ਮਕਸਦ ਇਹ ਸੀ ਕਿ ਮੈਨੂੰ ਖੁਸ਼ੀ ਹੁੰਦੀ ਸੀ ਕਿ ਇਹ ਨੌਜਵਾਨ ਜਿਹੜੇ ਨੇ ਇਹ ਨਸ਼ਿਆਂ 'ਚ ਨਹੀਂ ਪਏ। ਮੈਨੂੰ ਅਖਾੜੇ ਪਸੰਦ, ਮੈਨੂੰ ਪਹਿਲਵਾਨੀ ਪਸੰਦ ਸੀ, ਮੈਨੂੰ ਅੱਛਾ ਲੱਗਦਾ ਸੀ ਕਿ ਲੋਕ ਮੁੰਡੇ ਜਿਹੜੇ ਨੇ, ਕੁੜੀਆਂ ਜਿਹੜੀਆਂ ਨੇ, ਉਹ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰਕੇ ਹੈਲਦੀ ਐਕਟੀਵਿਟੀਜ਼ 'ਚ ਇਨਵੋਲਵ ਰਹਿਣ। ਤੇ ਮੈਂ ਔਰ ਇਸ਼ਫਾਕ ਜਿਹੜੇ ਨੇ, ਅਸੀਂ ਤੇ ਬਾਹੂ ਜਿਮ ਫੈਸਲਾਬਾਦ 'ਚ ਉੱਥੇ 10 ਰੁਪਏ ਦਿਹਾੜੀ ਤੇ ਵੀ ਵਰਕਆਊਟ ਕੀਤਾ ਹੈ। ਅੱਛਾ, ਇਹ ਗੱਲਾਂ ਮੈਨੂੰ ਭਾਜੀ ਕਦੇ ਕਦੇ ਲੱਗਦਾ ਹੈ ਕਿ ਇੱਕ ਲੈਵਲ ਤੇ ਆ ਕੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਆ, ਝਿਜਕਦੇ ਨੇ। ਮੇਰਾ ਇਹ ਮੰਨਣਾ ਹੈ ਕਿ ਜਦੋਂ ਤੁਸੀਂ ਆਪਣੀ ਇਹ ਸਟੋਰੀ ਸੁਣਾਉਂਦੇ ਹੋ, ਤੁਸੀਂ ਆਪਣੀ ਰੌਨੈਸ ਦਿਖਾਉਂਦੇ ਹੋ ਲੋਕਾਂ ਨੂੰ, ਤੁਸੀਂ ਆਪਣਾ ਸਕ੍ਰੈਚ ਦਿਖਾਉਂਦੇ ਹੋ ਲੋਕਾਂ ਨੂੰ ਕਿ ਇੱਥੋਂ ਟੁਰਿਆ ਸੀ ਮੈਂ, ਤੇ ਬਹੁਤ ਸਾਰੇ ਲੋਕ ਮੋਟੀਵੇਟ ਹੁੰਦੇ ਨੇ। ਹੁਣ ਮੈਂ ਜਦੋਂ ਕਰਾਚੀ ਜਾਂਦਾ ਨਾ, ਔਰ 에ਅਰਪੋਰਟ ਤੇ ਮੈਨੂੰ ਗੱਡੀ ਬਾਹਰ ਲੈਣ ਖੜੀ ਹੁੰਦੀ ਹੈ ਪ੍ਰੋਡਕਸ਼ਨ ਹਾਊਸ ਦੀ, ਉਹਦੇ 'ਚ ਮੈਂ ਜਾਂਦਾ ਜਾਂ ਹੋਟਲ ਦੀ, ਤੇ ਉਹਦੇ 'ਚ ਮੈਂ ਰਸਤੇ 'ਚ ਜ਼ਰੂਰ ਦੇਖਣਾ ਹੁੰਦਾ ਜਾਂਦੇ ਆ ਕਿ ਇਹੋ ਇਸ਼ਾਰੇ ਫੈਸਲ ਸੀ ਜਿੱਥੇ ਮੈਂ ਆ ਕੇ ਉਤਰਿਆ ਸੀ, ਔਰ ਮੈਂ ਆ ਕੇ ਪੈਦਲ ਛਾਣੀ ਖਾ ਕੇ ਇੱਥੇ ਦੀ, ਔਰ ਫਿਰ ਮੈਂ ਜਾ ਕੇ ਇੱਕ ਜਗ੍ਹਾ CV ਦਿੱਤੀ। ਤੇ ਉਹਦਾ ਵੀ ਮਕਸਦ ਇਹ ਹੁੰਦਾ ਹੈ ਕਿ ਜਦੋਂ ਅਸੀਂ ਉਹ 10 ਰੁਪਏ ਵਾਲਾ ਵੀ ਜਿਮ ਜੁਆਇਨ ਕੀਤਾ ਸੀ, ਜਦੋਂ 10 ਰੁਪਏ ਹੈ ਨੇ ਤੇ ਵਰਕਆਊਟ ਕਰ ਲਿਆ, ਜਦੋਂ ਨਹੀਂ ਤੇ ਨਹੀਂ ਕੀਤਾ। ਠੀਕ। ਫਿਰ ਥੱਲੇ ਉਤਰ ਕੇ ਅਸੀਂ ਖਾਬੇ ਵੀ ਕਰਨੇ। ਤੇ ਅੱਛਾ, ਉਦੋਂ ਕਿਉਂਕਿ ਪੰਜਾਬ 'ਚ ਰਿਵਾਜ ਹੈ ਕਿ ਜ਼ਰਾ ਛਾਤੀ ਇੱਥੇ ਹਾਈ ਹੋਏ ਤੇ ਡੰਡ ਜਿਹੜਾ ਨਾ ਉਹ ਚੜਿਆ ਹੋਏ, ਅਸੀਂ ਥੱਲੇ ਆ ਕੇ ਨਾਨ ਪਾਏ ਤੇ ਚਨੇ ਤੇ ਇਹ ਸਾਈਜ਼ ਜ਼ਰਾ। ਲੇਕਿਨ ਇਤਫਾਕ ਨਾਲ ਮੇਰੀ ਬੋਡੀ ਐਸੀ ਸੀ ਕਿ ਜਿੰਨੇ ਰਿਐਕਟ ਨਹੀਂ ਕੀਤਾ, ਔਰ ਮੈਂ ਬਚ ਗਿਆ। ਤੇ ਉਦੋਂ ਦਾ ਹੀ ਸ਼ੌਕ ਸੀ। ਫਿਰ ਜਦੋਂ ਹੁਣ ਮਾਡਰਨਾਈਜ਼ ਹੋ ਗਿਆ ਸਾਰਾ ਕੁਝ ਤੇ ਬਾਡੀ ਦੀ ਉਹ ਚੀਜ਼ਾਂ ਵੀ ਚੇਂਜ ਹੋ ਗਈਆਂ। ਉਦੋਂ ਐਕਟਿਵ ਨਹੀਂ ਸੀ ਸੋਸ਼ਲ ਮੀਡੀਆ, ਇਸ ਲਈ ਲਾਉਂਦੇ ਨਹੀਂ ਸੀ ਉਹਦੇ ਤੇ। ਹੁਣ ਕਿਉਂਕਿ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਇਸ ਤਰ੍ਹਾਂ ਪੈਗਾਮ ਦੇ ਸਕਦਾ ਲੋਕਾਂ ਨੂੰ ਕਿ ਹਾਂ ਯਾਰ ਜ਼ਰਾ ਇਸ ਪਾਸੇ ਵੀ ਆਓ ਤੁਸੀਂ, ਲੋਕ ਮੋਟੀਵੇਟ ਹੁੰਦੇ ਨੇ। ਬਿਲਾਲ ਅਸ਼ਰਫ ਸਾਹਿਬ ਨੇ ਸੁਪਰਸਟਾਰ, ਉਹਨਾਂ ਦੀ ਇੱਕ ਫਿਲਮ ਆਈ ਸੀ ਮਾਹਿਰਾ ਖਾਨ ਦੇ ਨਾਲ, ਉਹਨਾਂ ਨੇ ਆਪਣੇ ਇੰਸਟਾ ਤੇ ਲਾਇਆ ਕਿ ਜੀ ਮੈਂ ਮੋਹਸਿਨ ਅਬਾਸ ਨੂੰ ਦੇਖ ਕੇ ਉਹ ਮੋਟੀਵੇਟ ਹੋਇਆ, ਔਰ ਮੈਂ ਆਪਣੀ, ਉਹਨਾਂ ਨੇ ਤਿਆਰ ਕੀਤੀ ਸੀ ਆਪਣੀ ਬਾਡੀ, ਉਹਨਾਂ ਦਾ ਇੱਕ ਸ਼ਰਟਲੈਸ ਗਾਣਾ ਸੀ ਉਸ ਫਿਲਮ 'ਚ, ਔਰ ਉਹਨਾਂ ਨੇ ਬਰਮਲਾ ਇਤਰਾਫ ਕੀਤਾ। ਇੰਡਸਟਰੀ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਮੈਨੂੰ ਰਾਬਤਾ ਕੀਤਾ ਕਿ ਅਸੀਂ ਕਰਨਾ ਚਾਹੁੰਦੇ ਹਾਂ ਇਸ ਤਰ੍ਹਾਂ। ਤੇ ਬਹੁਤ ਸਾਰੇ ਲੋਕ ਹਲੇ ਵੀ ਮੈਨੂੰ ਇੰਸਟਾ ਤੇ ਪੁੱਛਦੇ ਨੇ, ਫੈਨਸ ਵੀ ਪੁੱਛਦੇ ਨੇ ਕਿ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਅਸੀਂ ਆਪਣਾ ਡਾਈਟ ਪਲਾਨ ਦੱਸੋ, ਆਪਣਾ ਵਰਕਆਊਟ ਪਲਾਨ ਦੱਸੋ ਸਾਨੂੰ ਕਿ ਅਸੀਂ ਸ਼ੇਪ ਅਪ ਹੋ ਸਕਦੇ ਹਾਂ। ਤੇ ਮੈਨੂੰ ਅੱਛਾ ਲੱਗਦਾ ਕਿ ਲੋਕ ਮੋਟੀਵੇਟ ਹੁੰਦੇ ਨੇ। ਲੇਕਿਨ ਕੁਝ ਕਮਜ਼ੋਰ ਦਿਲ ਹਜ਼ਰਾਤ ਜਿਹੜੇ ਨੇ ਉਹ ਫਿਰ ਯਾਰ ਮੈਂ ਇਹ ਬੜੇ ਦੁਖੀ ਦਿਲ ਨਾਲ ਸਵਾਲ ਕੀਤਾ ਸੀ, ਲੇਕਿਨ ਮੈਂ ਉਹਦੀ ਪੋਜ਼ਿਟਿਵ ਸਾਈਡ ਦਿਖਾ ਰਿਹਾ ਤੁਹਾਨੂੰ। ਅੱਛਾ, ਇਹ ਹੁਣ ਜਦੋਂ ਤੁਸੀਂ ਕਰਾਚੀ ਗਏ, ਜਿਹੜੀ ਹੁਣ ਤੁਸੀਂ ਗੱਲਾਂ ਕਰ ਰਹੇ ਹੋ, ਮੋਹਸਿਨ ਅਬਾਸ ਹੈਦਰ ਜਾਂ ਕੋਈ ਹੋਰ ਆਦਮੀ ਜਿਹੜੇ ਇੱਕਦਮ ਸਕਰੀਨ ਤੇ ਆਉਂਦਾ ਹੈ ਤੇ ਲੋਕ ਇਹ ਸਮਝ ਰਹੇ ਹੁੰਦੇ ਕਿ ਆਇਆ ਤੇ ਛਾ ਗਿਆ, ਲੇਕਿਨ ਉੱਥੇ ਦੀ ਮੈਨੂੰ ਗੱਲ ਦੱਸੋ, ਕਰਾਚੀ ਦੀ ਕਿੰਨੇ ਸਾਲ ਉੱਥੇ ਤੁਸੀਂ ਰਹੇ, ਕੀ ਸਟਰਗਲ ਸੀ, ਕੀ ਮਾਮਲਾਤ ਸੀਗੀ? ਉਹ ਇਹ ਗੱਲ ਮੈਂ ਸਿਰਫ ਇਸ ਵਾਸਤੇ ਕਰ ਰਿਹਾ ਕਿ ਹੁਣ ਜਿਹੜਾ ਇੱਕ ਵਾਇਰਸ ਚੱਲਿਆ ਹੈ ਨਾ ਇਸ ਮੁਆਸ਼ਰੇ 'ਚ, ਕਿ 20-30 ਸੈਕਿੰਡ ਦੀ ਇੱਕ ਵੀਡੀਓ ਜਿਹੜੀ ਹੈ, ਉੱਤੇ ਹੀ ਲੋਕਾਂ ਨੇ ਉਹ ਸਾਰਾ ਇਨਹਸਾਰ ਆ ਤੇ ਉਹ ਆਪਣੇ ਤਾਈਂ ਉਹ ਉੱਤੇ ਹੀ ਐਕਟਰ, ਮਾਡਲ, ਜੋ ਵੀ ਹੈ ਉਹ ਸਾਰਾ ਬਣ ਕੇ ਬਹਿ ਗਏ। ਲੇਕਿਨ ਉਹ 2-4-6 ਮਹੀਨੇ ਬਾਅਦ ਅਗਰ ਉਹਨਾਂ ਨੂੰ ਅਗਲਾ ਚਾਂਸ ਮਿਲਿਆ, ਕਿਤੇ ਕਿਸੇ ਨੇ ਕਿਹਾ ਕਿ ਆਜੋ ਜੀ ਤੁਹਾਡੇ ਕੋਲ ਕੰਮ ਕਰਾਉਂਦੇ ਆ, ਕੁੜੀ ਜਾਂ ਮੁੰਡਾ ਸੋਹਣਾ ਹੈ, ਲੇਕਿਨ ਜਿੱਲੇ ਉਹਨੂੰ ਉੱਥੇ ਕਿਹਾ ਕਿ ਆਜੋ ਭਾਵੇਂ ਇੱਥੇ 2 ਲਾਈਨਾਂ ਬੋਲਣੀਆਂ ਤਾਂ ਠੁੱਸ ਹੋ ਗਏ, ਕਿਉਂਕਿ ਕਿਸੇ ਦੇ ਕਹੇ ਤੇ ਕੰਮ ਕੀਤਾ ਸੀਗਾ। ਉਹ ਸਮਝਦੇ ਨੇ ਕਿ ਕੁਝ ਵੀ ਨਹੀਂ ਹੈ, ਇਹ ਬਸ
ਆਰਾਮ ਨਾਲ ਇਹ ਸਭ ਕੁਝ ਹੋ ਜਾਣਾ ਹੈ। ਮਤਲਬ ਮੈਂ ਇਹ ਮਤਲਬ ਬਾਕੀ ਸਾਰਿਆਂ ਨੂੰ ਵੀ ਸੁਣਾਉਣਾ ਇਹ ਗੱਲ ਚਾਹੁੰਦਾ ਕਿ ਇੱਕ ਤੁਸੀਂ ਇਸ ਟਾਈਮ ਸਟਾਰ ਹੋ, ਵੱਡੇ ਸਟਾਰ ਹੋ, ਦੁਨੀਆ ਜਾਣਦੀ ਹੈ ਤੁਹਾਨੂੰ, ਫਿਲਮਾਂ, ਟੀਵੀ, ਹਰ ਸ਼ੈ ਤੁਸੀਂ ਕਰ ਲਈ, ਲੇਕਿਨ ਮੈਂ ਇਹ ਸੁਣਨਾ ਚਾਹੁੰਦਾ ਕਿ ਉਹ ਕਿੱਦਾਂ, ਉਹਦੇ ਪਿੱਛੇ ਕੀ ਸੀ। ਮਤਲਬ ਫੈਸਲਾਬਾਦ ਤੱਕ ਅਸੀਂ ਗੱਲ ਕੀਤੀ, ਜਦੋਂ ਤੁਸੀਂ ਕਰਾਚੀ ਗਏ, ਕਿੱਥੇ ਗਏ, ਕਿੱਦਾਂ ਕਿੰਨੇ ਸਾਲ ਗੁਜ਼ਾਰੇ ਤੁਸੀਂ ਉੱਥੇ? ਭਾਜੀ ਇਹਦਾ ਇੱਕ ਤਫਸੀਲੀ ਜਵਾਬ ਹੈ। ਉਹ ਇਹ ਵੇ ਕਿ ਪਹਿਲੇ ਤਾਂ ਕਰਾਚੀ ਜਦੋਂ ਗਏ ਸੀ ਉਹਦੀ ਵਜ੍ਹਾ ਬਣੀ ਅਸੀਂ ਮੌਸੀਕੀ ਸਿੱਖਣੀ ਸੀ। ਸ਼ੌਕ ਸੀ ਕਿ ਜੀ ਅੱਛਾ ਚਲੀਏ ਜਾ ਕੇ, ਕਿਉਂਕਿ ਮੈਂ ਅਕਸਰ ਜ਼ਿਕਰ ਕਰਨਾ ਕਿ ਮੈਂ ਜਦੋਂ GC ਯੂਨੀਵਰਸਿਟੀ ਦੀ ਮਿਊਜ਼ਿਕ ਸੁਸਾਇਟੀ ਦਾ ਪ੍ਰੈਜ਼ੀਡੈਂਟ ਬਣ ਗਿਆ ਤੇ ਮੇਰੇ ਥੱਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਸੀ ਜਾਂ ਲੜਕੇ ਸੀ ਜਾਂ ਦੋਸਤ ਅਹਿਬਾਬ ਸੀ ਜਿਹੜਾ ਮੇਰੇ ਤੋਂ ਬਹੁਤ ਅੱਛਾ ਗਾਉਂਦੇ ਸੀ ਔਰ ਸਿੱਖੇ ਹੋਏ ਸੀ, ਔਰ ਮੈਨੂੰ ਸ਼ਰਮ ਆਉਂਦੀ ਸੀ ਕਿ ਮੇਰੇ ਤੋਂ ਅੱਛਾ ਗਾ ਰਹੇ ਨੇ ਔਰ ਮੈਂ ਪ੍ਰੈਜ਼ੀਡੈਂਟ ਹੋ ਕੇ ਜਿਹੜਾ ਨਹੀਂ ਅਬੂਰ ਨਹੀਂ, ਜਾਂ ਮੈਨੂੰ ਕੋਈ ਚੀਜ਼ ਪੁੱਛਦੇ ਨੇ ਤੇ ਮੈਂ ਨਹੀਂ ਦੱਸ ਸਕਦਾ ਇਹਨਾਂ ਨੂੰ। ਤੇ ਫਿਰ ਉੱਥੇ ਹੀ ਮੈਨੂੰ ਯਾਦ ਹੈ ਅੱਜ ਤੱਕ ਕਿ DSA ਯੂਨੀਵਰਸਿਟੀ 'ਚ ਇੱਕ ਕਮਰਾ ਸੀ ਜਿਹੜਾ ਸਾਨੂੰ ਮੁਯੱਸਰ ਸੀ, ਉਹਦੇ ਵਿੱਚ ਹੀ ਕੰਪਿਊਟਰ ਇੱਕ ਪਿਆ ਹੁੰਦਾ ਸੀ। ਉਹਦੇ 'ਤੇ ਮੈਨੂੰ ਮੇਰੇ ਦੋਸਤ ਨੇ ਇਮਰਾਨ ਕਾਜ਼ਮੀ, ਉਹਨਾਂ ਨੇ ਲੱਭਿਆ, ਉਹਨਾਂ ਨੇ ਗੂਗਲ ਕੀਤਾ, ਔਰ ਕਿਉਂਕਿ ਸ਼ੌਕ ਸੀ ਕਿ ਪੜ੍ਹੇ ਲਿਖੇ ਮਾਹੌਲ 'ਚ ਸਿੱਖਿਆ ਜਾਏ। ਫੈਸਲਾਬਾਦ ਵਰਗੇ ਜ਼ਰਖੇਜ਼ ਸ਼ਹਿਰ 'ਚ ਵੀ ਸਿੱਖਿਆ ਜਾ ਸਕਦਾ ਸੀ, ਲੇਕਿਨ ਹਾਂ ਇੱਕ ਕਮੀ ਹੈ ਵੇ, ਉਹ ਮੈਂ ਸ਼ਹਿਰ ਦਾ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਨਾਲ ਮੈਂ ਪੇਸ਼ ਵੀ ਕਰਨਾ ਚਾਹੁੰਦਾ ਤਾਂ ਕਿ ਉਹਦੇ 'ਚ ਸੁਧਾਰ ਆਏ ਕਿ ਇੱਥੇ ਜਦੋਂ ਕੁਝ ਸਿਖਾਇਆ ਜਾਏਗਾ, ਜਿਸ ਮਾਹੌਲ 'ਚ ਸਿਖਾਇਆ ਜਾਏਗਾ, ਯਾਨੀ ਮੈਂ ਇੱਥੇ ਦਾ ਬੱਚਾ ਹੋ ਕੇ ਮੈਨੂੰ ਕਿਉਂ ਜ਼ਰੂਰਤ ਪਈ ਕਿ ਇੱਥੇ ਮੈਂ ਬਾਹਰ ਜਾਵਾਂ ਔਰ ਮੈਂ ਹਿਜਰਤ ਕਰਕੇ ਇੰਨੀ ਦੂਰ ਜਾ ਕੇ ਸਿੱਖਾਂ, ਜਿਹਦਾ ਮੈਨੂੰ ਫਾਇਦਾ ਹੀ ਹੋਇਆ ਇਨ ਦੀ ਐਂਡ। ਬਟ ਸਟਿਲ ਇੱਥੇ ਵੀ ਉਹ ਫੈਸਿਲਿਟੀਜ਼ ਜਿਹੜੀਆਂ ਨੇ ਮੇਰੇ ਖਿਆਲ ਮੁਯੱਸਰ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਕਿ ਉਹਨਾਂ ਨੂੰ ਪੜ੍ਹੇ ਲਿਖੇ ਬਾਅਦਬ ਮਾਹੌਲ 'ਚ ਉਹਨਾਂ ਦੀ ਇੱਜ਼ਤ ਨਫਸ ਮਜਰੂ ਕੀਤੇ ਬਗੈਰ ਸਿਖਾਇਆ ਜਾਏ, ਉਹਨਾਂ ਨੂੰ ਤੂ ਤੜਾਕ ਕੀਤੇ ਬਗੈਰ, ਉਹਨਾਂ ਨੂੰ ਗਾਲਮ ਗਲੋਚ ਕੀਤੇ ਬਗੈਰ ਸਿਖਾਇਆ ਜਾਏ। ਮੈਂ ਉਸ ਚੀਜ਼ ਤੋਂ ਮੈਂ ਫਰਾਰ ਇਖਤਿਆਰ ਕੀਤਾ ਔਰ ਮੈਂ ਸੋਚਿਆ ਕਿ ਮੈਂ ਕਿਸੇ ਇਦਾਰੇ 'ਚ ਸਿੱਖਾਂ ਜਿੱਥੇ ਮੈਨੂੰ ਇੱਜ਼ਤ ਵੀ ਮਿਲੇ ਨਾਲ। ਤੇ ਨਾਪਾ ਦਾ ਜ਼ਿਕਰ ਆਇਆ, ਨੈਸ਼ਨਲ ਅਕੈਡਮੀ ਆਫ ਪਰਫਾਰਮਿੰਗ ਆਰਟਸ, ਉਹਦੇ ਚੱਕਰ 'ਚ ਕਰਾਚੀ ਦੀ ਜ਼ਿੱਦ ਕੀਤੀ ਘਰਦਿਆਂ ਨੂੰ ਔਰ ਇਕਲੌਤੇ ਹੋਣ ਦਾ ਮੈਂ ਭਰਪੂਰ ਫਾਇਦਾ ਉਠਾਇਆ, ਜ਼ਿੱਦ ਮਨਵਾਈ ਔਰ ਮੈਂ ਪਹੁੰਚ ਗਿਆ ਕਰਾਚੀ। ਜਿਹੜੀ ਤੁਸੀਂ ਗੱਲ ਕੀਤੀ ਕਰਾਚੀ ਦੇ ਸਫ਼ਰ ਤੋਂ ਪਹਿਲੇ ਕਿ ਜਿਹੜੀ 10 ਸੈਕਿੰਡ ਦੀ ਵੀਡੀਓ ਹੈ ਜਾਂ 50 ਸੈਕਿੰਡ ਦੀ ਵੀਡੀਓ ਹੈ ਜਾਂ 30 ਸੈਕਿੰਡ ਦੀ, ਉਹਦੇ ਵਿੱਚ ਬੱਚੇ ਜੋ ਕਰ ਰਹੇ ਨੇ ਅੱਜ ਕੱਲ੍ਹ ਇੰਡਸਟਰੀ 'ਚ ਬਹੁਤ ਸਾਰੇ ਐਸੇ ਲੋਕ ਵੀ ਨੇ, ਬਹੁਤ ਸਾਰੇ ਨਹੀਂ ਲੇਕਿਨ ਚੰਦ ਇੱਕ ਲੋਕ ਐਸੇ ਨੇ ਜਿਹੜੇ ਡਬ ਸਮੈਸ਼ ਜਦੋਂ ਸੀ ਉਹਦੇ ਤੋਂ ਆਏ ਨੇ, ਜਿਹਦੀ ਮਾਡਰਨ ਫਾਰਮ ਹੀ ਟਿਕਟੌਕ ਹੈ। ਉਹ ਉੱਥੋਂ ਹੀ ਨਿਕਲੇ, ਉਹਨਾਂ ਨੂੰ ਚਾਂਸ ਮਿਲਿਆ ਔਰ ਉਹ ਗਰੋ ਕਰ ਗਏ। ਇੰਟਰਨੈਟ ਜਾਂ ਸੋਸ਼ਲ ਮੀਡੀਆ ਵਾਕਈ ਹੀ ਇੱਕ ਐਸਾ ਮੀਡੀਅਮ ਹੈ ਇਸ ਵਕਤ ਜਿਹਦੇ ਤੋਂ ਕੋਈ ਵੀ ਮਸ਼ਹੂਰ ਹੋਣਾ ਚਾਹੇ ਔਰ ਉਹਦੇ 'ਚ ਪੋਟੈਂਸ਼ੀਅਲ ਹੋਵੇ ਤੇ ਉਹ ਮਸ਼ਹੂਰ ਹੋ ਸਕਦਾ ਹੈ। ਠੀਕ ਹੈ, ਉਹ ਗਰੋ ਕਰ ਸਕਦਾ ਔਰ ਉਹਦਾ ਹੱਕ ਹੈ ਕਿ ਉਹ ਉਸ ਮੀਡੀਅਮ ਨੂੰ ਇਸਤੇਮਾਲ ਕਰੇ। ਠੀਕ ਹੈ, ਲੇਕਿਨ ਇਹਦੇ ਤੋਂ ਵੀ ਮੈਂ ਇਨਕਾਰ ਨਹੀਂ ਕਰ ਰਿਹਾ ਕਿ ਹਾਂ ਫਿਰ ਉਹਨਾਂ ਨੂੰ ਜਦੋਂ ਤੁਸੀਂ ਮੇਨ ਸਟ੍ਰੀਮ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਉਹ ਨੰਗੇ ਹੋ ਜਾਂਦੇ ਨੇ ਉਸ ਹਮਾਮ 'ਚ ਆ ਕੇ, ਫਿਰ ਉਹਨਾਂ ਦਾ ਅਸਲ ਖੁੱਲ ਕੇ ਸਾਹਮਣੇ ਆਉਂਦਾ ਕਿ ਨਹੀਂ ਬਸ ਉੱਥੇ ਤੱਕ ਹੀ ਸੀ, ਉਹ ਉਨੀ ਕੁ ਕੈਪੈਸਿਟੀ ਸੀ, ਇਸ ਤੋਂ ਜ਼ਿਆਦਾ ਨਹੀਂ ਹੈ। ਸਾਡੇ ਮੇਨ ਸਟ੍ਰੀਮ 'ਚ ਇਹੋ ਜਿਹੇ ਬੜੇ ਆਰਟਿਸਟ ਨੇ ਜਾਂ ਬੜੇ ਐਕਟਰਸ ਨੇ ਜਿਨ੍ਹਾਂ ਕੋਲ ਵੈਰਾਈਟੀ ਆਫ ਐਕਸਪ੍ਰੈਸ਼ਨ ਨਹੀਂ ਹੈ, ਉਹ ਉਹਦੇ ਤੇ ਹੀ ਗੁਜ਼ਾਰਾ ਕਰ ਰਹੇ ਨੇ। ਫਿਰ ਉਹ ਇਹਨਾਂ ਲੌਂਗ ਰਨ ਨਹੀਂ ਚੱਲ ਪਾਉਂਦੇ, ਬਸ ਉਹਨਾਂ ਕੀ ਸਫ਼ਰ ਹੁੰਦਾ ਉਹਨਾਂ ਦਾ। ਮੈਂ ਇੱਕ ਫੈਸਲਾਬਾਦ ਦਾ ਇੱਕ ਸਕੂਲ ਹੈ ਜਿੱਥੇ ਐਜ਼ ਜੱਜ ਮੈਂ ਗਿਆ, ਥੀਏਟਰ ਚੱਲ ਰਿਹਾ ਸੀ ਔਰ ਬੱਚੇ ਪਰਫਾਰਮ ਕਰ ਰਹੇ ਸੀ ਔਰ ਬਹੁਤ ਬੁਰਾ ਪਰਫਾਰਮ ਕਰ ਰਹੇ ਸੀ ਔਰ ਟੀਚਰਸ ਵੀ ਉਹਨਾਂ ਦੇ ਬੋਰ ਹੋ ਰਹੇ ਸੀ, ਮੈਂ ਵੀ ਬੋਰ ਹੋ ਰਿਹਾ ਸੀ, ਇਸ਼ਫਾਕ ਵੀ ਬੋਰ ਹੋ ਰਿਹਾ ਸੀ। ਅਸੀਂ ਹੁਣ ਦੇਖ ਰਹੇ ਸੀ ਇਹ ਮੁੱਕੇਗਾ ਕਦੋਂ। ਯਾਨੀ ਤੁਸੀਂ ਇਹ ਅੰਦਾਜ਼ਾ ਲਓ ਕਿ ਟੀਚਰਸ ਨੇ ਉੱਠ ਕੇ ਫਿਰ ਵਿਚਕਾਰੋਂ ਹੀ ਡਰਾਮਾ ਉੱਤੇ ਮੁਕਾ ਦਿੱਤਾ ਕਿ ਬਸ ਕਰੋ। ਹੁਣ ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਇਹੋ ਹੀ ਬੱਚੇ ਜਦੋਂ ਸਕੂਲ 'ਚੋਂ ਨਿਕਲਣਗੇ ਔਰ ਬਾਅਦ 'ਚੋਂ ਆਉਣਗੇ ਬਾਹਰ ਔਰ ਮੈਨੂੰ ਮੇਰੇ ਵਰਗੇ ਨੂੰ ਜਾਂ ਕਿਸੇ ਨੂੰ ਦੇਖਣਗੇ, ਉਹ ਕਹਿਣਗੇ ਕਿ ਨਹੀਂ ਅਸੀਂ ਤੇ 15 ਸਾਲ ਥੀਏਟਰ ਕੀਤਾ ਸਕੂਲ 'ਚ, ਤੇ ਅਸੀਂ ਤੇ ਇਹ ਸਾਨੂੰ ਮੌਕਾ ਨਹੀਂ ਮਿਲਿਆ, ਨਹੀਂ ਤੇ ਅਸੀਂ ਤੇ ਇਹਨਾਂ ਨੂੰ ਖਾ ਜਾਂਦੇ ਜਾਂ ਇਹ ਕਰ ਦਿੰਦੇ ਜਾਂ ਉਹ ਕਰ ਦਿੰਦੇ, ਇਹਨਾਂ ਨੂੰ ਕੰਮ ਹੀ ਨਹੀਂ ਆਉਂਦਾ। ਉਹ ਉਸ ਚੀਜ਼ ਤੇ ਮਾਣ ਕਰਦੇ ਕਿ ਅਸੀਂ 10 ਸਾਲ ਥੀਏਟਰ ਕੀਤਾ ਸਕੂਲ 'ਚ ਜਾਂ ਕਾਲਜ 'ਚ। ਮੈਂ ਆਪਣੇ ਉਸਤਾਦ ਸਾਹਿਬ ਕੋਲ ਇਹ ਸਿੱਖਿਆ ਹੈ ਕਿ ਜਦੋਂ ਤੁਸੀਂ ਰਿਆਜ਼ ਕਰਨਾ ਨਾ, ਇਹ ਬੜੀ ਅਹਿਮ ਗੱਲ ਮੈਂ ਕਰਨ ਲੱਗਾ, ਜਦੋਂ ਤੁਸੀਂ ਰਿਆਜ਼ ਕਰਨਾ ਬੰਦ ਕਮਰੇ 'ਚ, ਤੁਸੀਂ 10 ਸਾਲ ਰਿਆਜ਼ ਕੀਤਾ ਔਰ ਤੁਸੀਂ ਬਾਹਰ ਆ ਕੇ ਕਹਿ ਰਹੇ ਹੋ ਕਿ ਉਹ ਹਟ ਜਾਓ ਬਚ ਜਾਓ, ਮੈਨੂੰ ਸਾਰਾ ਹੀ ਕੰਮ ਆਉਂਦਾ, ਮੈਂ 10 ਸਾਲ ਰਿਆਜ਼ ਕੀਤਾ, ਤੈਨੂੰ ਇਹ ਦੱਸਣ ਵਾਲਾ ਹੈ ਹੀ ਕੋਈ ਨਹੀਂ ਸੀ ਕਿ ਤੂੰ ਗਲਤ ਰਿਆਜ਼ ਕਰ ਰਹੇ ਹੈ ਕਿ ਸਹੀ ਕਰ ਰਹੇ ਹੈ। ਤੂੰ ਰਿਖਬ ਤੀਵਰ ਲਾ ਰਹੇ ਹੈ ਜਾਂ ਕੋਮਲ ਲਾ ਰਹੇ ਹੈ,
ਤੂੰ ਗੰਧਾਰ ਲਾਣਾ ਵੀ ਸੀ ਇਸ ਰਾਗ 'ਚ ਜਾਂ ਨਹੀਂ ਸੀ ਲਾਣਾ, ਇਹ ਤੈਨੂੰ ਕੋਈ ਨਹੀਂ ਦੱਸਣ ਵਾਲਾ ਸੀ। ਤੂੰ ਆਪਣੀ ਹੀ ਰਿਆਸਤ ਕਰਕੇ 10 ਸਾਲ ਦੀ ਬਾਹਰ ਆ ਕੇ ਕਹਿ ਰਿਹਾ ਕਿ ਮੈਂ ਤੇ ਸਹੀ ਹਾਂ, ਮੈਂ ਤੇ 10 ਸਾਲ ਦੀ ਰਿਆਸਤ। ਇਸ ਲਈ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ, ਮੁਰਸ਼ਦ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਹੱਥ ਫੜ ਲੇ, ਜਿਹੜਾ ਉਂਗਲ ਫੜ ਲੇ, ਜਾਂ ਜਿਹੜਾ ਡੋਰ ਫੜ ਕੇ ਤੁਹਾਨੂੰ ਲੈ ਜਾਏ, ਜਿਹੜਾ ਤੁਹਾਨੂੰ ਦਿਸ਼ਾ ਦੱਸ ਸਕੇ, ਜਿਹੜਾ ਤੁਹਾਨੂੰ ਦੱਸ ਸਕੇ ਕਿ ਇਹ ਸਮਤੇ ਤੇਰੀ, ਹੁਣ ਪਾ ਖੋਪੇ ਟੁਰ ਪੈ, ਇੱਧਰ ਉੱਧਰ ਨਾ ਦੇਖੀ। ਤੁਸੀਂ ਅੰਨ੍ਹੇਵਾਹ ਇਹਨੂੰ ਵੀ ਦੇਖ ਲਿਆ, ਉਹਨੂੰ ਵੀ ਦੇਖ ਲਿਆ, ਉਹਨੂੰ ਵੀ ਦੇਖ ਲਿਆ, ਕੁਛ ਵੀ ਕਰ ਲਿਆ, ਔਰ ਤੁਸੀਂ ਕਿਹਾ ਕਿ ਮੈਂ ਤੇ ਬਣ ਗਿਆ, ਮੈਂ ਤਿਆਰ ਹਾਂ ਇਸ ਲਈ। ਤੇ ਉਹ ਮਾਣ ਜਿਹੜਾ ਹੁੰਦਾ ਨਾ, ਉਹ ਫਿਰ ਆ ਕੇ ਤੁਸੀਂ ਉਹ ਫਿਰ ਡਿਸਟਰਬ ਕਰਦਾ ਹੈ। ਫਿਰ ਬਹੁਤ ਸਾਰੇ ਆਰਟਿਸਟ ਜਿਹੜੇ ਇੰਡਸਟਰੀ ਤੁਸੀਂ ਦੇਖਦੇ ਵੀ ਹੋ, ਉਹ ਆਉਂਦੇ ਨੇ, ਉਹ ਚਲੇ ਜਾਂਦੇ ਨੇ। ਮੌਸੀਕੀ ਤੇ ਜ਼ਵਾਲ ਆਇਆ ਇਸ ਵਜ੍ਹਾ ਤੋਂ। ਅਦਾਕਾਰੀ 'ਚ ਅਨਵਰ ਮਕਸੂਦ ਸਾਹਿਬ ਵਰਗੇ ਦਿੱਗਜ ਆਦਮੀ ਨੂੰ, ਵੱਡੇ ਆਦਮੀ ਨੂੰ ਕਹਿਣਾ ਪੈ ਰਿਹਾ ਕਿ ਨਹੀਂ, ਡਰਾਮਾ ਹੀ ਨਹੀਂ ਬਣ ਰਿਹਾ ਹੁਣ ਤੇ। ਕੋਈ ਵਜ੍ਹਾ ਹੀ ਹੋਏਗੀ ਨਾ। ਨੁਮਾਨ ਇਜਾਜ਼ ਸਾਹਿਬ ਨੂੰ ਖਪਣਾ ਪੈਂਦਾ ਹੈ ਸੋਸ਼ਲ ਮੀਡੀਆ ਤੇ ਕਿ ਨਹੀਂ ਹੈ ਤੇ ਇਹਨੂੰ ਇਦਾਰਿਆਂ ਨੂੰ ਹੈਂਗ ਕਰ ਦਿਓ। ਕਿਉਂ? ਕੋਈ ਤੇ ਵਜ੍ਹਾ ਹੋਏਗੀ, ਕਿਤੇ ਤੇ ਲੂਪ ਹੋਲ ਰਹਿ ਗਿਆ ਹੋਏਗਾ। ਉਹ ਇਹੋ ਹੀ ਵਜੂਹਾਤ ਨੇ ਬਾਜੀ ਕਿ ਅੱਜ ਬੱਚਾ ਜਾਂ ਬੱਚੀ ਆਂਦੀ ਬਾਅਦ ਚੋਂ ਸੈੱਟ ਤੇ पहले पूछती है कि कितने बजे तक शूट पैकअप हो जाएगी। दसो मुझे असल में एक्चुअली आई हैव अ पार्टी टू गो, इट्स अ सैटरडे नाइट, सो यू नो या समझ रहे हो। ते ਉਹ ਕੰਮ ਕਦੋਂ ਕਰਨਗੇ? ਉਹ ਕੰਮ ਕਿਉਂ ਕਰਨਗੇ? ਉਹਨਾਂ ਨੇ ਇੰਜੋਏ ਕਰਨਾ ਹੈ ਕਿ ਉਹਨਾਂ ਨੇ ਪੰਜਾਬ ਤੋਂ ਜਾਣਾ, ਕਰਾਚੀ ਜਾਣਾ ਤੇ ਉੱਥੇ ਹੋਟਲ ਦਾ ਕਮਰਾ ਇੰਜੋਏ ਕਰਨਾ ਹੈ ਮੁਫਤ ਦਾ, ਹਾਂਜੀ, ਉੱਥੇ ਖਾਬੇ ਇੰਜੋਏ ਕਰਨੇ ਨੇ। ਉਸ ਸ਼ੋਹਰਤ ਨੂੰ ਇੰਜੋਏ ਕਰਨਾ ਜਿਹੜੀ ਉਸ ਕੰਮ ਦੇ ਤਵਸਤ ਨਾਲ ਮਿਲ ਰਹੀ ਹੈ। ਮਾਨ ਸਾਹਿਬ ਲਫ਼ਜ਼ ਇਸਤੇਮਾਲ ਕਰਦੇ ਨੇ, ਦਿਹਾੜੀ ਬਣਾ ਦਿੱਤਾ ਹੈ ਅਸੀਂ ਇਸ ਕੰਮ ਨੂੰ। ਨੌਕਰੀ, ਕੰਮ, ਧੰਦਾ ਕੋਈ ਵੀ ਹੋਏ, ਉਹ ਪਾਕੀਜ਼ਾ ਹੀ ਹੁੰਦਾ ਹੈ, ਉਹ ਕਾਬਲੇ ਇਹਤਰਾਮ ਹੀ ਹੁੰਦਾ ਹੈ। ਉਹਨੂੰ ਕਰਨ ਦਾ ਤਰੀਕਾ ਹੁੰਦਾ ਹੈ। ਉਹਨੂੰ ਤੁਸੀਂ ਬੁਰੇ ਤਰੀਕੇ ਨਾਲ ਵੀ ਕਰ ਸਕਦੇ ਹੋ। ਥੀਏਟਰ ਉਹ ਵੀ ਸੀ ਜਿਹਨੂੰ ਫੈਮਿਲੀ ਨੇ ਦੇਖਣਾ ਬੰਦ ਕਰਤਾ। ਥੀਏਟਰ ਉਹ ਵੀ ਸੀ ਜੋ ਮੈਂ ਬਚਪਨ ਤੋਂ ਦੇਖ ਕੇ ਵੱਡਾ ਹੋਇਆ। ਘਰ 'ਚ ਪੂਰੀ ਫੈਮਿਲੀ ਬੈਠ ਕੇ VCR ਤੇ ਦੇਖਦੀ ਸੀ। ਥੀਏਟਰ ਉਹ ਵੀ ਸੀ। ਮੈਂ ਆਪਣੇ ਗਾਣੇ 'ਚ ਬੱਬੂ ਬਰਾਲ ਸਾਹਿਬ ਦਾ ਟੱਪਾ ਇਸਤੇਮਾਲ ਕੀਤਾ, ਜਿਹੜਾ ਮੇਰੇ ਬਚਪਨ 'ਚ ਕਿਤੇ ਸੁਣਿਆ ਸੀ, ਰੂਹ ਦੀ ਸਟਾਰਟਿੰਗ 'ਚ। ਤੇ ਮਕਸਦ ਇਹ ਵੇ ਕਿ ਹਰ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਲੇਕਿਨ ਇਹ ਬੱਚਿਆਂ ਨੂੰ ਜਿਹੜੇ ਵੀ ਟਿਕਟੌਕ ਕਰਦੇ ਨੇ, ਮੈਂ ਹਮੇਸ਼ਾ ਕਹਿੰਦਾ ਕਿ ਠੀਕ ਹੈ, ਤੁਸੀਂ ਉਹਦੇ ਤੇ ਜੋ ਵੀ ਕਰ ਰਹੇ ਹੋ, ਇੱਕ ਬੜਾ ਕਾਬਲੇ ਬਹਿਸ ਜਿਹਾ ਇੱਕ ਮੌਜੂ ਬਣ ਗਿਆ ਉਹ। ਠੀਕ ਹੈ, ਉਹਦੇ ਤੇ ਕ੍ਰੀਏਟਿਵ ਆਪਣਾ ਕੰਮ ਵੀ ਤੇ ਪਾਓ ਤੁਸੀਂ। ਲਾਜ਼ਮੀ ਥੋੜੀ ਹੈ ਕਿ ਤੁਸੀਂ ਸਿਰਫ ਉਹੀ ਕਰਨਾ, ਤੁਸੀਂ ਆਪ ਵੀ ਕੁਝ ਕਰੋ ਉਹਦੇ ਤੇ, ਤੁਸੀਂ ਆਪਣੀਆਂ ਵੀ ਐਕਸਪੈਰੀਮੈਂਟਸ ਕਰੋ, ਤੁਸੀਂ ਆਪਣੀਆਂ ਵੀ ਚੀਜ਼, ਕਿਉਂਕਿ ਤੁਹਾਡੇ ਕੋਲ ਫੋਲੋਵਰਸ ਆ ਗਏ, ਮਿਲੀਅਨਸ ਆਫ ਫੋਲੋਵਰਸ, ਇੱਕ ਸੈਲੀਬ੍ਰਿਟੀਜ਼ ਤੋਂ ਜ਼ਿਆਦਾ ਫੋਲੋਵਰਸ ਨੇ ਤੁਹਾਡੇ ਕੋਲ। ਉਹਨੂੰ ਯੂਟਿਲਾਈਜ਼ ਤੇ ਕਰੋ। ਕ੍ਰੀਏਟਿਵ ਸਾਈਡ ਜਿਹੜੀ ਹੈ ਉਹ ਵੀ ਅਤਾ ਵਾਲਾ ਕੰਮ, ਉਹ ਆਮਦ ਵਾਲਾ ਕੰਮ ਹੈ। ਉਹਦੇ ਵਾਸਤੇ ਜ਼ੇਨ ਨੂੰ ਪਾਕ ਹੋਣਾ ਚਾਹੀਦਾ ਹੈ। ਨੁਮਾਨ ਇਜਾਜ਼ ਸਾਹਿਬ ਕੋਲੋਂ ਮੈਂ ਬੜਾ ਕੁਝ ਸਿੱਖਿਆ ਜਦੋਂ ਮੈਂ ਉਸ ਸੈੱਟ ਤੇ ਜਾਂਦਾ ਸੀ ਮੁਜ਼ਾਕਰਾਤ ਦੇ। ਉਹਦੇ ਜੋ ਬਹੁਤ ਕੁਝ ਸਿੱਖਿਆ, ਉਹਦੇ 'ਚ ਇੱਕ ਚੀਜ਼ ਸੀ, ਬਾਵਜ਼ੂ ਹੋ ਕੇ ਕੰਮ ਤੇ ਜਾਣਾ। ਵਾਹ 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 ਵਾਹ, ਕੀ ਬਾਤ। ਮੈਂ ਅੱਜ ਤੱਕ ਮੈਂ ਕੁਝ ਲਿਖਣ ਬਹਿਨਾ, ਮੈਂ ਪਹਿਲੇ ਬਾਵਜ਼ੂ ਨਾ, ਮੈਂ ਕੁਝ ਖੁਸ਼ਗੁਲੂ ਹੋਣਾ ਵੀ ਖੁਦਾ ਦੀ ਅਤਾ ਹੈ ਨਾ। ਉਹਦੇ ਤੇ ਮੈਂ ਉਹਦਾ ਇਸਤੇਮਾਲ ਕੀ ਕਰ ਰਿਹਾ, ਇਹ ਵੀ ਇੱਕ ਬਹਿਸ ਹੈ। ਤੇ ਮੇਰੇ ਵਾਸਤੇ ਇੱਕ ਜ਼ਿੰਮੇਦਾਰੀ ਹੈ, ਮੈਂ ਉਹ ਵੀ ਕੁਝ ਕਰਨ ਲੱਗਣਾ ਤੇ ਮੈਂ ਬਾਵਜ਼ੂ ਹੋਣਾ। ਔਰ ਮੈਂ ਕੋਸ਼ਿਸ਼ ਕਰਨਾ ਕਿ ਜਿੰਨਾ ਵੀ ਕ੍ਰੀਏਟਿਵ ਪ੍ਰੋਸੈਸ ਹੈ, ਤਖਲੀਕ ਦਾ ਅਮਲ ਹੈ ਜਿਹੜਾ, ਕਿਉਂਕਿ ਇਹ ਬੜਾ ਪਾਕੀਜ਼ਾ ਅਮਲ ਹੈ ਭਾਜੀ। ਇਹਨੂੰ ਲੈ ਕੇ ਮੈਂ ਬਹੁਤ ਹੋਰ ਤਰ੍ਹਾਂ ਸੋਚਦਾ ਵਾਂ। ਅੱਛਾ, ਜਦੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਉਦੋਂ ਮੋਹਸਿਨ ਅब्बास हैदर ਕੁਛ ਹੋਰ ਸੀ, 5-7 ਮਿੰਟ ਗੁਜ਼ਰੇ ਕੁਛ ਹੋਰ ਹੋ ਗਿਆ। ਜਿਹੜੇ ਮੈਂ ਮੋਹਸਿਨ अब्बास हैदर ਦੀ ਪੋਇਟਰੀ ਸੁਣਦਾ ਹਾਂ, ਮੈਂ ਉਸ ਮੋਹਸਿਨ अब्बास हैदर ਨੂੰ ਦੇਖਣਾ ਚਾਹੁੰਦਾ ਕਿ ਉਸ ਵਕਤ ਉਹ ਕਿਹੜਾ ਮੋਹਸਿਨ अब्बास हैदर ਹੁੰਦਾ ਹੈ ਕਿ ਜਿਹੜਾ ਉਸ ਲੈਵਲ ਤੇ ਗੱਲ ਕਰਦਾ ਹੈ। ਉਹ ਕੌਣ ਹੁੰਦਾ ਹੈ? ਉਹ ਕੌਣ ਹੈ ਜਿਹੜਾ ਉਸ ਵਕਤ ਲਿਖਵਾ ਦਿੰਦਾ ਹੈ? ਉਹ ਬਾਅਦ 'ਚ ਨਾਲ ਰਹਿੰਦਾ ਹੈ ਜਾਂ ਕਿੱਥੇ ਹੁੰਦਾ ਹੈ ਜਾਂ ਕਦੋਂ ਹੁੰਦਾ ਹੈ? ਕੀ ਚੱਕਰ ਹੈ? ਵਾਹ, ਜਿਹੜਾ ਲੋਕਾਂ ਨੇ ਦੇਖਿਆ ਨਾ ਟੀਵੀ ਤੇ, ਉਹ ਉਹਨਾਂ ਨੂੰ ਨੌਕਰੀ ਪੇਸ਼ਾ ਮੋਹਸਿਨ ਨਜ਼ਰ ਆਇਆ ਸੀ। ਨੌਕਰੀ ਸੀ ਉਹਦੀ, ਘਰ ਵੀ ਚਲਾਉਣਾ ਸੀ ਉਹਨੇ। ਉਹਨਾਂ ਨੇ ਮੰਨ ਲਿਆ ਇਹੋ ਹੀ ਹੈ ਸੱਚਾ। ਉਹਨਾਂ ਨੇ ਕਿਹਾ ਇਹੋ ਹੀ ਹੈ ਜੋ ਨਜ਼ਰ ਆ ਰਿਹਾ ਹੈ। ਔਰ ਇਤਫਾਕ ਐਸਾ ਹੋਇਆ ਕਿ ਜਿੰਨਾ ਵੀ ਕੰਮ ਮਿਲਿਆ ਸ਼ੁਰੂ 'ਚ ਔਰ ਅੱਜ ਤੱਕ ਵੀ, ਉਹਦੇ 'ਚ ਮੋਸਟਲੀ ਕੰਮ ਉਸੇ ਤਰ੍ਹਾਂ ਦਾ ਰਿਹਾ। ਕਾਮੇਡੀ ਰਿਹਾ, ਲਾਊਡ ਰਿਹਾ, ਹਾਈਪਰ ਐਕਟਿਵ ਰਿਹਾ। ਲੋਕਾਂ ਨੇ ਉਹਨੂੰ ਤਸਲੀਮ ਕਰਨਾ ਸ਼ੁਰੂ ਕਰ ਲਿਆ ਕਿ ਇਸ ਤਰ੍ਹਾਂ ਦਾ ਹੀ ਹੈ। ਔਰ ਵਾਕਿਅਤਨ एयरपोर्ट पे बच्चे या कुड़ियाँ मुंडिया ने मिलना, उन्होंने कहना कि आप यहाँ तो बड़े सीरियस हैं, वैसे तो आप अच्छा। ਉਹਦੀ ਵਜ੍ਹਾ ਇਹੋ ਹੀ ਹੈ ਭਾਜੀ ਕਿ
ਅਸਲ ਤੇ ਇਹੋ ਹੀ ਹੈ, ਅਸਲ ਤੇ ਇੰਨਾ ਹੀ ਰੁੱਖਾ ਹੈ, ਜਾਂ ਅਸਲ ਤੇ ਇੰਨਾ ਹੀ ਰੁੱਖਾ ਕਹਿ ਲਓ, ਜਾਂ ਇਹਨੂੰ ਇੰਟਰੋਵਰਟ ਕਹਿ ਲਓ, ਜਾਂ ਇਹਨੂੰ ਖਾਮੋਸ਼ ਤਬਾ ਕਹਿ ਲਓ, ਜਾਂ ਇਹਨੂੰ ਆਪਣੇ ਖੌਲ 'ਚ ਰਹਿਣ ਵਾਲਾ ਕਹਿ ਲਓ, ਔਰ ਉਹਦੇ 'ਚੋਂ ਬਾਹਰ ਚੀਜ਼ਾਂ ਫੜਾਈ ਜਾਂਦਾ ਲੋਕਾਂ ਨੂੰ। ਤਖਲੀਕਕਾਰ ਇਦਾਂ ਦੇ ਹੀ ਹੁੰਦੇ ਨੇ। ਜਦੋਂ ਵੀ ਕਿਸੇ ਤਖਲੀਕ ਦੀ ਦਾਦ ਮਿਲਦੀ ਹੈ ਨਾ, ਤੁਸੀਂ ਮੈਨੂੰ ਹੁਣੇ ਕਹੋਗੇ ਨਾ ਮੋਹਸਨ ਸਾਹਿਬ ਤੁਸੀਂ ਉੱਡੀ ਜਾ ਬੜਾ ਅੱਛਾ ਲਿਖਿਆ, ਮੈਨੂੰ ਸਮਝ ਨਹੀਂ ਆਏਗੀ ਕਿ ਉਹਦਾ ਮੈਂ ਰਿਸਪੌਂਸ ਕੀ ਦੇਣਾ ਤੁਹਾਨੂੰ। ਤੁਸੀਂ ਮੈਨੂੰ ਕਹੋਗੇ ਤੁਹਾਡੀ ਉਹ ਗਜ਼ਲ ਬੜੀ ਅੱਛੀ ਸੀ, ਮੈਨੂੰ ਨਹੀਂ ਸਮਝ ਆਏਗੀ, ਕਿਉਂਕਿ ਉਹਦੀ ਦਾਦ ਰਿਸੀਵ ਕਿਸ ਤਰ੍ਹਾਂ ਕਰਨੀ। ਮੈਂ ਰਿਸੀਵਿੰਗ ਐਂਡ ਤੇ ਬਿਲਕੁਲ ਲਾਚਾਰ ਹੋ ਜਾਵਾਂਗਾ, ਕਿਉਂਕਿ ਉਹਦੇ ਪਿੱਛੇ ਇੱਕ ਬਹੁਤ ਸਟਰੋਂਗ ਵਜ੍ਹਾ ਇਹ ਵੇ ਭਾਜੀ, ਮੈਂ ਨਮਾਜ਼ ਪੜ੍ਹਨਾ ਨਾ, ਮੈਂ ਵਿੱਚ ਆਇਤ ਭੁੱਲ ਜਾ, ਕੋਈ ਸੂਰਾ ਭੁੱਲ ਜਾ, ਮੇਰੀ ਰੂਹ ਗੰਮ ਜਾਂਦੀ ਹੈ ਕਿ ਉਹ ਟਾਈਮ ਖੁਦਾ ਨਾ ਖਾਸਤਾ ਜਿਸ ਦਿਨ ਆ ਗਿਆ ਕਿ ਉਹਨੇ ਮੇਰੇ ਕੋਲੋਂ ਇਹ ਤਾਕਤ ਹੀ ਖੋ ਲਈ, ਕਿਉਂਕਿ ਉਹਨੇ ਦਿੱਤੀ ਇਹ ਤਾਕਤ ਤੇ ਮੈਂ ਇਹ ਵੀ ਕਰ ਪਾ ਰਿਹਾ। ਉਹ ਮੇਰੇ ਕੋਲੋਂ ਇਹ ਤਾਕਤ ਖੋ ਲੇਗਾ ਤੇ ਮੈਂ ਇਹ ਵੀ ਨਹੀਂ ਕਰ ਪਾਵਾਂਗਾ। ਮੇਰੀ ਜ਼ਬਾਨ ਲੜਖੜਾ ਜਾਏ ਤੇ ਮੈਂ ਕੰਬ ਜਾਂਦਾ ਕਿ ਓਹੋ, ਜੇ ਮੈਨੂੰ ਭੁੱਲ ਗਈ ਇਹਦਾ ਮਤਲਬ ਹੈ ਕਿ ਉਹ ਮਨਜ਼ੂਰੀ ਮੁੱਕ ਗਈ ਹੈ। ਤੇ ਉਹ ਕਨੈਕਸ਼ਨ ਜਿਹੜਾ ਨਾ, ਬੌਂਡਿੰਗ ਜਿਹੜੀ ਹੈ ਜਿੱਥੋਂ ਆਂਦਾ ਹੈ, ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਉੱਥੇ ਝੁਕਿਆ ਰਹਿਣਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਲਾਓ ਲੱਗਾ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੋਂ ਹੀ ਆਉਂਦਾ। ਤੁਹਾਡਾ ਕੋਈ ਕਮਾਲ ਨਹੀਂ। ਉਹ ਮੇਰੀ ਜਗ੍ਹਾ ਇਹਨੂੰ ਚੁਣ ਲੈਂਦਾ, ਉਹਨੂੰ ਚੁਣ ਲੈਂਦਾ, ਤੁਹਾਨੂੰ ਚੁਣ ਲੈਂਦਾ। ਲੋਕ ਕਹਿੰਦੇ ਨੇ ਜੀ ਆਪ ਮਲਟੀ ਟੈਲੈਂਟਡ ਹੈ, ਆਪ ਗਾਤੇ हैं, आप लिखते हैं, आप ये करते हैं। ਜਦੋਂ ਉੱਥੇ ਲੱਗਾ ਹੋਣਾ, ਪੂਰਾ ਮੇਲਾ ਲੱਗਾ ਹੋਣਾ, ਜਦੋਂ ਤੋਂ ਚੁਣ ਕੇ ਇਕੱਠੇ ਇਹ ਅਲੱਗਾ ਹੋਏ ਹੋਣੇ ਨੇ ਕਿ ਯਾਰ ਇਹ ਜਿਹੜੇ ਨੇ ਨਾ, ਇਹ ਤਖਲੀਕਕਾਰ ਲੋਕ ਇਹਨਾਂ ਨੂੰ ਵੱਖਰਿਆਂ ਕਰਦੇ, ਇਹਨੂੰ ਖੁਸ਼ਗਲੂ ਬਣਾ ਦੇ, ਇਹਨੂੰ ਖੁਸ਼ ਗੁਫਤਾਰ ਬਣਾ ਦੇ, ਇਹਨੂੰ ਕਲਮ ਦੀ ਤਾਕਤ ਦੇ ਦੇ, ਇਹਨੂੰ ਅਫਸਾਨਾ ਨਿਗਾਰ ਬਣਾ ਦੇ। ਉਹ ਜਦੋਂ ਵੱਖਰੇ ਹੋਏ ਹੋਣਗੇ ਤੇ ਉਹਦੇ 'ਚ ਜੇ ਮੈਨੂੰ ਵੀ ਚੁਣ ਕੇ ਰੱਖਤਾ ਤੇ ਮੇਰਾ ਕੀ ਕਮਾਲ ਹੈ ਇਹਦੇ 'ਚ? ਮੇਰਾ ਤਾਂ ਕੋਈ ਕਮਾਲ ਨਹੀਂ। ਮੇਰੀ ਜਗ੍ਹਾ ਕਿਸੇ ਨੂੰ ਵੀ ਮਿਲ ਸਕਦਾ ਸੀ। ਮੇਰੇ ਤੋਂ ਬਹੁਤ ਅੱਛੇ ਗੁਲੂਕਾਰ ਉਸ ਲੈਵਲ ਤੱਕ ਨਹੀਂ ਪਹੁੰਚ ਪਾਏ ਜਿੱਥੇ ਮੈਂ ਖੜਾ ਸੀ। ਉਹਦੇ ਪਿੱਛੇ ਪਤਾ ਨਹੀਂ ਕੀ ਮਸਲਹਤ ਹੈ ਉਹਦੀਆਂ, ਤੇ ਉਹ ਰਮਜ਼ਾਂ ਉਹੀ ਜਾਣਦਾ, ਗੋਰਖ ਧੰਦਾ ਤੇ ਉਹਦੇ ਹੱਥ 'ਚ। ਤੇ ਜਦੋਂ ਵੀ ਕੋਈ ਚੀਜ਼ ਤਖਲੀਕ ਹੁੰਦੀ ਹੈ, ਮੈਂ ਮੰਗਣਾ, ਭੀਖ ਮੰਗਣਾ ਪਹਿਲੇ, ਫੇਰ ਮਿਲਦੀ ਹੈ। ਉਹ ਵੀ ਉਹਦਾ ਦਿਲ ਕਰੇ, ਮੂਡ ਹੋਵੇ। ਗੱਲਾਂ ਤੁਹਾਡੀਆਂ ਨਾ ਆਮ ਬੰਦੇ ਵਾਲੀਆਂ ਨਹੀਂ ਹੈਗੀਆਂ। ਬੰਦੇ ਤੁਸੀਂ ਮਾਡਰਨ ਹੈ, ਜਿੱਦਾਂ ਮੈਂ ਪਹਿਲੇ ਕਿਹਾ ਸੀ, 6 ਪੈਕ ਵਾਲਾ ਮੁੰਡਾ ਇਦਾਂ ਦੀਆਂ ਗੱਲਾਂ ਕਰਦੇ ਨਹੀਂ ਹੁੰਦੇ ਵੈਸੇ। 6 ਪੈਕ ਵਾਲੇ ਆਈ ਨੋ ਪਰਫਿਊਮਸ ਐਂਡ ਸ਼ਾਰਟਸ ਐਂਡ ਜੋਗਰਸ, ਲੇਕਿਨ ਇਹ ਮੁੰਡਾ ਥੋੜ੍ਹਾ ਜਿਹਾ ਅਜੀਬ ਹੈ। ਅਗਰ ਮੈਨੂੰ ਕਦੀ ਕਦੀ ਇਦਾਂ ਲੱਗਦਾ ਕਿ ਇਸ ਮੁੰਡੇ ਦੇ ਅੰਦਰ ਕੋਈ ਬਾਬਾ ਹੈ। ਇਹਦੀਆਂ ਕੁਝ ਜਹਿਤਾਂ ਨੇ, ਉਹ ਮੈਂ ਤੁਹਾਨੂੰ ਦੱਸਣਾ। ਮੇਰੇ ਉਸਤਾਦ ਨੇ, ਮੇਰੇ ਮਾਮੂ ਵੀ ਨੇ, ਇਮਤਿਆਜ਼ ਹੁਸੈਨ ਸ਼ਾਨੀ ਸਾਹਿਬ, ਉਹਨਾਂ ਨੇ ਇੱਕ ਜੁਮਲਾ ਕਿਹਾ ਸੀ ਮੈਨੂੰ ਕਿ ਪਾਲਾ ਜਿੰਨੀਆਂ ਪੈਂਟਾਂ ਪੁੰਟਾਂ ਪਾਣੀਆਂ ਨੇ ਤੂੰ, ਜਿਹੜੇ ਮਕਸਦ ਵਾਸਤੇ ਤੈਨੂੰ ਬੁਲਾਇਆ ਹੈ ਨਾ, ਉਹ ਉਹਨਾਂ ਨੇ ਉਹੀ ਪੂਰਾ ਕਰਾਉਣਾ ਹੈ। ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਵਾਹ ਵਾਹ। ਮਾਂ ਮੇਰੀ ਮੈਨੂੰ ਕਹਿੰਦੀ ਸੀ ਕਿ ਤੂੰ ਹੈ ਮੇਰੀ ਬੁੱਢੀ ਰੂਹ। ਹਾਂ ਹਾਂ ਹਾਂ, ਤੂੰ ਹੈ ਹੀ ਬੁੱਢੀ ਰੂਹ, ਤੇਰੇ ਅੰਦਰ ਕੋਈ ਬਾਬਾ ਹੈ। ਹਾਂ। ਤੇ 2 ਮੋਹਰਾਂ ਤੇ ਲੱਗ ਗਈਆਂ ਘਰੋਂ ਹੀ। ਹਾਂ। ਤੇ ਪੈਕਿੰਗ ਮਾਡਰਨ ਹੈ, ਠੀਕ ਕਹਿ ਰਹੇ ਹੋ ਤੁਸੀਂ। ਹਾਂ, ਪੈਕਿੰਗ ਬਿਲਕੁਲ ਮਾਡਰਨ ਹੈ। ਪਰਫਿਊਮਸ ਦਾ ਵੀ ਸ਼ੌਕ ਹੈ, ਤੇ ਅੱਛੇ ਜੁੱਤੀਆਂ ਪਾਉਣ ਦਾ, ਘੜੀਆਂ ਦਾ ਵੀ ਸ਼ੌਕ ਹੈ, ਮਾਡਰਨ ਕੱਪੜੇ ਪਾਉਣ ਦਾ ਵੀ ਸ਼ੌਕ ਹੈ, ਸਭ ਸ਼ੌਕ ਨੇ। ਪੈਕਿੰਗ ਮਾਡਰਨ ਹੈ, ਲੇਕਿਨ ਅੰਦਰ ਦਾ ਕੀ ਕਰੀਏ, ਉਹਨੂੰ ਰੋਗਨ ਨਹੀਂ ਹੋ ਰਿਹਾ। ਉਹ ਓਲਡ ਸਕੂਲ ਹੈ, ਉਹ ਪੁਰਾਣੀ ਇਮਾਰਤ ਹੈ, ਉਹ ਗਿਰ ਵੀ ਰਹੀ ਹੈ ਆਹਿਸਤਾ ਆਹਿਸਤਾ। ਇਹਦਾ ਇਜ਼ਹਾਰ ਮੈਂ ਇੱਕ ਦਫਾ ਕੀਤਾ ਅਯੂਬ ਖਾਬਰ ਸਾਹਿਬ ਦੇ ਨਾਲ, ਜਦੋਂ ਬਾਨੋ ਕੁਦਸੀਆ ਸਾਹਿਬਾ ਦਾ ਇੰਤਕਾਲ ਹੋਇਆ। ਅਸੀਂ ਦੁਨੀਆ ਟੀਵੀ ਦੀ ਕੈਂਟੀਨ 'ਚ ਬੈਠੇ ਸੀ, ਔਰ ਮੈਂ ਉਸ ਦਿਨ ਬਹੁਤ ਡਾਊਨ ਫੀਲ ਕਰ ਰਿਹਾ ਸੀ। ਮੁਜ਼ਾਕਰਾਤ ਦੀ ਰਿਕਾਰਡਿੰਗ ਹੋ ਚੁੱਕੀ ਸੀ, ਖਾਣਾ ਖਾਣ ਸਾਰੇ ਬੈਠੇ ਸੀ। ਖਾਬਰ ਸਾਹਿਬ ਨੇ ਨੋਟਿਸ ਕੀਤਾ। ਮੈਂ ਕਿਹਾ ਮੈਂ ਬੜਾ ਅਨਕੰਫਰਟੇਬਲ ਹਾਂ। ਕਹਿੰਦੇ ਨੇ ਕਿਉਂ? ਮੈਂ ਕਿਹਾ ਮੈਂ ਜੈਲਨ ਨਹੀਂ ਕਰ ਪਾ ਰਿਹਾ ਮਾਡਰਨ ਦੌਰ 'ਚ, ਔਰ ਆਪਣੀ ਇਹ ਪੁਰਾਣੀਆਂ ਸੋਚਾਂ ਲੈ ਕੇ, ਆਪਣਾ ਬੁਢਾਪਾ ਲੈ ਕੇ, ਜਿਹੜਾ ਇੱਕ ਜਵਾਨ ਜਿਸਮ 'ਚ ਕੈਦ ਹੋ ਗਿਆ ਹੈ, ਉਹ ਮੈਂ ਨਹੀਂ ਚੱਲ ਪਾ ਰਿਹਾ। ਮੈਂ ਕੋਸ਼ਿਸ਼ ਪੂਰੀ ਕਰ ਰਿਹਾ, ਲੋਕਾਂ ਨੂੰ ਮਹਿਸੂਸ ਵੀ ਨਹੀਂ ਹੋਣ ਦੇ ਰਿਹਾ। ਲੋਕ ਸਮਝਦੇ ਨੇ ਮੈਨੂੰ ਕਿ ਐਸੇ ਦੌਰ ਦਾ, ਜਿਹੜੇ ਔਨ ਸਕਰੀਨ ਦੇਖਦੇ ਨੇ, ਲੇਕਿਨ ਅੰਦਰੋਂ ਮੈਨੂੰ ਮੇਰਾ ਗਲਾ ਘੁੱਟ ਰਿਹਾ ਹੈ ਇਹ ਸਾਰੀ ਰੱਸੀ ਦੇ ਨਾਲ, ਮਾਡਰਨ ਰੱਸੀ ਦੇ ਨਾਲ। ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿ ਜੀ ਜਿਸ ਤਰ੍ਹਾਂ ਹੁਣ ਪਹਿਲੇ ਅਸ਼ਫਾਕ ਸਾਹਿਬ ਚਲੇ ਗਏ, ਫਿਰ ਈਦੀ ਸਾਹਿਬ ਚਲੇ ਗਏ, ਫਿਰ ਬਾਨੋ ਕੁਦਸੀਆ ਸਾਹਿਬਾ ਚਲੇ ਗਏ ਨੇ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੇਰੇ ਹਮ ਅਸਰ ਜਾ ਰਹੇ ਨੇ।
ਔਰ ਮੈਂ ਇਕੱਲਾ ਰਹਿੰਦਾ ਜਾ ਰਿਹਾ ਪਿੱਛੇ। ਮੇਰਾ ਦਿਲ ਕਰਦਾ ਹੈ ਕਿ ਮੈਂ ਕਿਤੇ ਪੀਟੀਵੀ ਦੇ ਦੌਰ 'ਚ ਹੁੰਦਾ, ਮੇਰੇ ਸਾਹਮਣੇ ਬੜੇ ਗੁਲਾਮ ਅਲੀ ਸਾਹਿਬ ਬੈਠੇ ਹੁੰਦੇ, ਵਾਹ ਵਾਹ, ਫਰੀਦਾ ਖਾਨਮ ਜੀ, ਮਹਿਦੀ ਸਾਹਿਬ, ਗੁਲਾਮ ਅਲੀ ਸਾਹਿਬ ਸਫ 'ਚ ਬੈਠੇ ਨੇ, ਗਾਓ ਤਕੀਏ ਲਾ ਕੇ, ਮੈਂ ਪਿੱਛੇ ਕਿਤੇ ਨੁੱਕਰ 'ਚ ਮੈਂ ਵੀ ਬੈਠਾ ਹੁੰਦਾ ਉੱਥੇ। ਹਾਂ। ਤੁਸੀਂ ਤਾਰਕ ਅਜ਼ੀਜ਼ ਸ਼ੋਅ ਕਰਦੇ ਸੀ, ਡਾਇਰੈਕਟ ਕਰਦੇ ਸੀ ਨੀਲਾਮਗੜ੍ਹ ਦੇ ਨਾਮ ਤੋਂ, ਮੈਂ ਵੀ ਉਹਦੀ ਕਿਤੇ ਬੈਠਾ ਹੁੰਦਾ ਆਡੀਅנס 'ਚ ਹੁੰਦਾ, ਜਾਂ ਮੈਂ ਕਿਤੇ ਪਿੱਛੇ ਕੰਮ ਕਰ ਰਿਹਾ ਹੁੰਦਾ ਕਿ ਕੂਲਰ ਫੜਾਉਣ ਵਾਲਾ ਮੁੰਡਾ ਹੈ ਜੀ, ਪਿੱਛੋਂ ਚੀਜ਼ਾਂ ਲਿਆ ਕੇ ਦਿੰਦਾ, ਮੈਂ ਉਹਨਾਂ ਸੋਬਤਾਂ 'ਚ ਰਹਿੰਦਾ। ਮੈਂ ਤਾਰਕ ਅਜ਼ੀਜ਼ ਸਾਹਿਬ ਦੀ ਚਾਹ ਲਿਆਉਣ ਵਾਲਾ ਮੁੰਡਾ ਹੁੰਦਾ, ਉਹ ਮੈਨੂੰ ਆਉਂਦਿਆਂ ਜਾਂਦਿਆਂ ਕੋਈ ਇੱਕ ਜੁਮਲਾ ਬੋਲਦੇ ਮੇਰੇ ਕੰਨਾਂ 'ਚ ਪੈਂਦਾ, ਮੈਂ ਜ਼ਾਵੀਆ ਬੈਠ ਕੇ ਸੁਣਦਾ ਹੁੰਦਾ ਇਸ਼ਫਾਕ ਸਾਹਿਬ ਨੂੰ ਸਾਹਮਣੇ। ਮੈਂ ਚਾਹੁੰਦਾ ਮੈਂ ਉੱਥੇ ਹੁੰਦਾ, ਮੈਂ ਕਿਸੇ ਸੁਸਤ ਦੌਰ 'ਚ ਹੁੰਦਾ, ਮੈਂ ਕਿਸੇ ਵਕਤ ਦੇ ਦੌਰ 'ਚ ਹੁੰਦਾ। मेरे वास्ते दिक्कत है, ये चीज़ां शायद समझना आम इंसान वास्ते थोड़ा मुश्किल हो जाता है। फिर एक बंदा जिहड़ा इस टाइम बहुत चमकदा दमकदा सितारा है, जिन्होंने लोग मिलना चाहते हैं, नाल तस्वीरां खिचवाना चाहते हैं, वो बंदा अज उस मकाम ते खड़ा होके अगर गुलाम अली साहब गा रहे तो नुक्कर च बहना चाह रहा है, वो बंदा कूलर च मतलब पानी भर के सारे उत्थे लोगों नूं ਪਿਆਉਣਾ ਚਾਹ ਰਿਹਾ। ਮਤਲਬ ਅਗਰ ਤੁਸੀਂ ਕੋਈ ਮਿਸਾਲ ਦੇ ਰਹੇ ਹੋ ਜਾਂ ਖਾਹਿਸ਼ ਜ਼ਾਹਿਰ ਕਰ ਰਹੇ ਹੋ, ਉਹਦੇ 'ਚ ਵੀ ਤੁਸੀਂ ਆਪਣੇ ਆਪ ਨੂੰ ਉਸ ਜਿਸ ਜਗ੍ਹਾ ਤੇ ਬਿਠਾ ਰਹੇ ਹੋ। ਹਾਸਿਲ ਹੈ ਨਹੀਂ ਜੀ ਭਾਜੀ, ਇਹ ਹਾਸਿਲ ਨਹੀਂ ਜੀ। ਜਿਮ ਕੈਰੀ ਇੱਕ ਭਾਈ ਹੋਇਆ ਕਾਇਨਾਤ 'ਚ, ਦ ਮਾਸਕ ਫਿਲਮ ਸੀ ਉਹਦੀ, ਬਹੁਤ ਅੱਛਾ ਕਮੇਡੀਅਨ, ਬਹੁਤ ਵੱਡਾ ਕਮੇਡੀਅਨ, ਸੌਰੀ ਬਹੁਤ ਵੱਡਾ ਕਮੇਡੀਅਨ ਹੋਇਆ। ਉਹਨੇ ਹੁਣ ਦਾੜੀ ਰੱਖ ਲਈ ਹੈ। ਔਰ ਉਹਦਾ ਇੱਕ ਜੁਮਲਾ ਮੈਂ ਪਿਛਲੇ ਦਿਨਾਂ ਸ਼ੇਅਰ ਕੀਤਾ, ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਡੈਥ ਦੇ ਖੁਦਕੁਸ਼ੀ ਕੀਤੀ ਜਾਂ ਉਹਦਾ ਮਰਡਰ ਹੋਇਆ, ਉਹ ਇੱਕ ਮਿਸਟਰੀ ਚੱਲ ਰਹੀ ਹੈ। ਉਹਨੇ ਕਿਹਾ ਮੈਂ ਚਾਹੁੰਦਾ ਵਾਂ ਕਿ ਦੁਨੀਆ ਦਾ ਹਰ ਸ਼ਖਸ ਮਸ਼ਹੂਰ ਵੀ ਹੋਵੇ, ਉਹਦੇ ਕੋਲ ਪੈਸਾ ਵੀ ਹੋਵੇ, ਉਹ ਹਰ ਕੰਮ ਕਰੇ, ਉਹ ਹਰ ਅਮਲ ਕਰੇ ਜੋ ਉਹ ਕਰਨਾ ਚਾਹੁੰਦਾ ਹੈ, ਯਾਨੀ ਉਹਦੀ ਜੋ ਖਾਹਿਸ਼ ਹੈ ਨਾ ਵੱਡਾ ਕਰ, ਉਹ ਸਭ ਕਰ ਲਵੇ। ਫਿਰ ਉਹ ਇਸ ਨਤੀਜੇ ਤੇ ਪਹੁੰਚੇਗਾ ਕਿ ਇਹ ਤਾਂ ਜਵਾਬ ਹੀ ਨਹੀਂ ਸੀ, ਇਹ ਤਾਂ ਜਵਾਬ ਹੀ ਨਹੀਂ ਸੀ ਇਹ ਸਾਰੇ ਮਾਮਲੇ ਦਾ। ਗੱਲ ਤੇ ਕਿਤੇ ਹੋਰ ਟੁਰੀ ਹੈ। 10 ਸਾਲ ਬਾਅਦ ਮੋਹਸਿਨ ਕਿੱਥੇ ਨਜ਼ਰ ਆ ਰਿਹਾ? ਕਿਤੇ ਵੀ ਨਹੀਂ, ਹੋਣਾ ਹੀ ਨਹੀਂ, ਹੋਰ ਖਤਮ ਹੋ ਜਾਣਾ ਮੈਨੂੰ ਲੱਗਦਾ। ਵਾਕਿਆਤ ਜਿਹੜੇ ਹੁੰਦੇ ਨੇ ਨਾ ਭਾਜੀ, ਜ਼ਿੰਦਗੀ ਜਿਹੜੀ ਹੁੰਦੀ ਹੈ, ਜਿੰਨੀ ਜਲਦੀ ਪਾ ਲਓ। ਸ਼ਾਇਦ ਮੈਂ ਛੋਟੀ ਉਮਰ 'ਚ ਸੀ ਔਰ ਮੇਰੇ ਤੇ ਜ਼ਿੰਮੇਦਾਰੀ ਆ ਗਈ, ਮੈਂ ਇਸ ਵਜ੍ਹਾ ਤੋਂ ਵੱਡਾ ਹੋ ਗਿਆ। ਮਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਭਰਾ ਛੋਟੇ ਵੀ ਹੋਣ ਤੇ ਵੱਡੇ ਹੀ ਹੁੰਦੇ ਨੇ, ਤੇ ਉਸ ਵਜ੍ਹਾ ਤੋਂ ਮੈਨੂੰ ਲੱਗਦਾ ਕਿ ਫਿਰ ਮੇਰੀ ਸੋਬਤ ਵੀ ਇਸ ਤਰ੍ਹਾਂ ਦੀ ਹੋਣ ਲੱਗ ਗਈ, ਜਿਸ ਤਰ੍ਹਾਂ ਅਸੀਂ ਪਹਿਲੇ ਤਜ਼ਕਰਾ ਕੀਤਾ ਕਿ ਵਾਲਦਾ ਨੇ ਵੀ ਇੱਕ ਮੋਹਰ ਲਾਤੀ ਬੁਢਾਪੇ ਦੀ, ਉਸਤਾਦ ਮੇਰੇ ਮਾਮੂ ਨੇ ਵੀ ਇੱਕ ਮੋਹਰ ਲਾਤੀ, ਔਰ ਫਿਰ ਮੇਰੀ ਪੈਦਾਇਸ਼ ਵੀ ਇੱਕ ਕਿੱਸਾ ਹੈ ਪੂਰਾ ਕਿ ਮੈਂ ਇੱਕ ਬੜਾ ਮੁਜਜ਼ਾਤੀ ਬੱਚਾ ਟਾਈਪ ਦਾ, ਦੁਆਵਾਂ ਨਾਲ ਇੱਕ ਮਸਤਵਾਰ ਫਕੀਰ ਸੀ। ਤੇ ਇਹ ਸਾਰਾ ਕਿੱਸੇ ਜਿਹੜੇ ਨੇ ਇਸ਼ਾਰਾ ਕਰਦੇ ਨੇ ਕਿ ਮੰਜ਼ਿਲ ਤੇ ਕੁਝ ਹੋਰ ਹੈ। ਇੱਕ ਜਿਹੜਾ ਕੰਮ ਤੁਸੀਂ ਚਲਾਉਣਾ ਹੈ ਜਾਂ ਘਰ ਚਲਾਉਣਾ ਹੈ, ਅੱਗੇ ਹੁਣ ਚੱਲ ਕੀ ਰਿਹਾ? ਵੈਸੇ ਆ ਕੀ ਰਿਹਾ? ਨਜ਼ਰ ਕਿੱਥੇ ਕਿੱਥੇ ਆ ਰਹੇ ਹੋ? ਡਰਾਮਾ ਚੱਲ ਰਹੇ ਨੇ, ਮੂਵੀਜ਼ ਵੀ ਚੱਲ ਰਹੀਆਂ ਨੇ। ਕਦੋਂ ਮਤਵੱਕੇ? ਮੂਵੀ ਜਿਸ ਤਰ੍ਹਾਂ ਹੀ ਅੱਜ ਦੀ ਮੇਰੇ ਖਿਆਲ 'ਚ ਖਬਰ ਸੀ ਕਿ ਸਿਨੇਮਾਸ ਦੁਬਾਰਾ ਖੁੱਲ ਰਹੇ ਨੇ ਇਨਸ਼ਾਅੱਲਾ, ਤੇ ਜੇ ਖੁੱਲ ਰਹੇ ਨੇ ਤੇ ਫਿਰ ਸਿਲਸਿਲੇ ਟੁਰਨਗੇ। ਫਿਲਮ ਦੀ ਸਿਰਫ ਡਬਿੰਗ ਬਾਕੀ ਹੈ, ਬਾਕੀ ਸਾਰਾ ਆਡੀਓ ਦਾ ਵੀਡੀਓ ਦਾ ਦੋਵੇਂ ਕੰਮ ਹੋ ਚੁੱਕੇ ਨੇ। ਠੀਕ ਹੈ, ਫੋਲੀ ਵੀ ਹੋ ਚੁੱਕੀ ਹੈ, ਸਿਰਫ ਹੁਣ ਡਬਿੰਗ ਬਾਕੀ ਆਰਟਿਸਟ ਚੰਦ ਦੀ, ਉਹ ਹੋਏਗੀ ਔਰ ਇਨਸ਼ਾਅੱਲਾ ਉਹ ਤਿਆਰ ਹੋ ਜਾਏਗੀ। ਪੈਰਲਲ ਸਿਨੇਮਾ ਦੀ ਫਿਲਮ ਹੈ ਬੇਸਿਕਲੀ। ਪਾਕਿਸਤਾਨ 'ਚ ਪੈਰਲਲ ਸਿਨੇਮਾ ਹਾਲੇ ਉਸ ਤਰ੍ਹਾਂ ਪ੍ਰਵਾਨ ਨਹੀਂ ਚੜਿਆ। ਇੱਕ ਫਿਲਮ ਆਈ ਸੀ ਸ਼ਾਹ, ਇੱਕ ਫਿਲਮ ਆਈ ਸੀ ਮੰਟੋ, ਇੱਕ ਆਈ ਸੀ ਮਾਹੇ ਮੀਰ, ਯਾਨੀ ਚੰਦ ਫਿਲਮਾਂ 'ਚ ਤਬਾਜ਼ਮਾਈ ਕੀਤੀ ਗਈ ਜਿਹਦੇ 'ਚ ਪੈਰਲਲ ਸਿਨੇਮਾ ਨੂੰ ਆਡੀਅנס ਦੇ ਟੇਸਟ ਬਡਸ ਡਿਵੈਲਪ ਕੀਤੇ ਜਾਣ। ਉਹਦਾ ਹੀ ਇੱਕ ਇਹ ਹਿੱਸਾ ਹੈ। ਹੋ ਸਕਦਾ ਬਿਜ਼ਨਸ ਨਾ ਕਰੇ ਕਿਉਂਕਿ ਕਮਰਸ਼ੀਅਲ ਫਿਲਮ ਨਹੀਂ ਹੈ, ਲੇਕਿਨ ਮੈਨੂੰ ਇਹ ਖੁਸ਼ੀ ਹੋਏਗੀ ਕਿਉਂਕਿ ਦੇਖੋ ਸਾਡੇ ਹਮਸਾਇਆ ਮੁਲਕ ਜਿੰਨੀਆਂ ਵੀ ਚੀਜ਼ਾਂ ਜਾਂ ਜਿੰਨੇ ਵੀ ਮੌਜ਼ੂਆਤ ਹਿੱਟ ਹੋਏ ਨੇ ਉਹ ਪੈਰਲਲ ਸਿਨੇਮਾ ਦੇ ਹੁੰਦੇ ਨੇ ਮੋਸਟਲੀ ਇਸ ਤਰ੍ਹਾਂ। ਤੇ ਮੇਰੀ ਬੜੀ ਖਾਹਿਸ਼ ਹੈ ਐਜ਼ ਐਨ ਆਰਟਿਸਟ, ਜਿਸ ਤਰ੍ਹਾਂ ਦਾ ਮੈਂ ਕੰਮ ਕਰਨਾ ਚਾਹੁੰਦਾ, ਉਦੋਂ ਜਦੋਂ ਤੱਕ ਮੈਨੂੰ ਪੈਰਲਲ ਸਿਨੇਮਾ ਨਹੀਂ ਮਿਲੇਗਾ ਜਾਂ ਉਸ ਤਰ੍ਹਾਂ ਦੀ ਡਾਰਕ ਜਾਂ ਡਰਾਈ ਸਬਜੈਕਟ ਵੀ ਆਡੀਅנס, ਜਿਸ ਤਰ੍ਹਾਂ ਇਜਾਜ਼ਤ ਫਿਲਮ ਸੀ, ਜਿਸ ਤਰ੍ਹਾਂ ਇੱਕ ਪੀਟੀਵੀ ਤੇ ਇੱਕ ਸ਼ਾਰਟ ਫਿਲਮ ਸੀ ਜਾਂ ਪਤਾ ਨਹੀਂ ਕੀ ਚੱਲਦਾ ਸੀ, ਜਿਹਦੇ ਇੱਕ ਆਦਮੀ ਓਵਰਕੋਟ ਦੇ ਨਾਮ ਤੋਂ ਸੀ, ਉਹਦੇ 'ਚ ਇੱਕ ਭਾਈ ਸੀ ਜਿਹਨੇ ਓਵਰਕੋਟ ਪਾਇਆ ਸੀ, ਔਰ ਅਗਰ ਮੈਂ ਗਲਤ ਨਹੀਂ ਤਾਂ ਇਕਬਾਲ ਹੁਸੈਨ ਸਾਹਿਬ ਸੀ ਉਹ।
ਉਹਨੇ ਵਾਈਟ ਪਾਇਆ ਹੁੰਦਾ ਔਰ ਓਵਰਕੋਟ ਪਾਇਆ ਹੁੰਦਾ ਔਰ ਸ਼ਾਇਦ ਉਹਦਾ ਐਕਸੀਡੈਂਟ ਹੁੰਦਾ ਹੈ ਤੇ ਜਦੋਂ ਉਹਦਾ ਪੋਸਟਮਾਰਟਮ ਹੁੰਦਾ ਹੈ ਤੇ ਉਹ ਖੁੱਲਦਾ ਤੇ ਓਵਰਕੋਟ ਨੇ ਉਹਨੂੰ ਢੱਕਿਆ ਹੁੰਦਾ ਹੈ ਬਸ ਅੰਦਰੋਂ ਲੀਥੜੇ ਨੇ ਚੀਥੜੇ ਨੇ ਪਾਟੀਆਂ ਜਰਾਬਾਂ ਨੇ ਫਟੀ ਸ਼ਰਟ ਏ ਤੇ ਉਹਨੇ ਉਹਦਾ ਓਲਾ ਰੱਖਿਆ ਹੁੰਦਾ ਬਸ ਉਸ ਓਵਰਕੋਟ ਨੇ। ਇਹੋ ਜਿਹਾ ਕੰਮ ਇਹੋ ਜਿਹੀਆਂ ਚੀਜ਼ਾਂ ਹੁਣ ਮੈਂ ਕਿੱਥੇ ਕਰਾਂ ਜਾ ਕੇ ਜਦੋਂ ਨਹੀਂ ਹੋ ਰਹੀਆਂ, ਜਦੋਂ ਉਹੀ ਹੋਣਾ ਹੈ ਕਿ ਇੱਕ ਬਿਲ ਬੋਰਡ ਤੇ ਵਿਚਕਾਰ ਇੱਕ ਮੁੰਡਾ ਤੇ ਸਾਈਡ ਤੇ ਦੋ ਕੁੜੀਆਂ ਨੇ, ਇਸ ਤਰ੍ਹਾਂ ਦੇ ਡਰਾਮੇ ਬਣਨੇ ਨੇ ਤੇ ਫਿਰ ਕਰਨੇ ਪੈਣਗੇ। ਉਹਦੇ ਵਿੱਚ ਕਦੇ ਕਦੇ ਮੌਕਾ ਮਿਲ ਜਾਂਦਾ ਮੇਰੀ ਗੁੜੀਆ ਕਰਨ ਦਾ, ਕਦੇ ਕਦੇ ਮੌਕਾ ਮਿਲ ਜਾਂਦਾ ਮੁਕਾਬਲ ਕਰਨ ਦਾ। ਵਾਹ 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 ਵਾਹ। ਤੇ ਫਿਰ ਉੱਥੇ ਤੁਹਾਡਾ ਉਹ ਆਰਟਿਸਟ ਵੀ ਮੁਤਮਈਨ ਹੁੰਦਾ ਹੈ ਔਰ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਹਿੱਸਾ ਪਾਇਆ ਇੰਡਸਟਰੀ 'ਚ ਆਪਣਾ। ਅੱਲਾਹ ਪਾਕ ਖੈਰ ਕਰੇ ਜੀ, ਅੱਲਾਹ ਪਾਕ ਹੋਰ ਬਰਕਤ ਦੇਵੇ ਤੁਹਾਨੂੰ। ਅੱਜ ਬਹੁਤ ਮਜ਼ਾ ਆਇਆ। ਮੇਰਾ ਰੱਜ ਬਹੁਤ ਘੱਟ ਹੁੰਦਾ, ਬਹੁਤ ਭੁੱਖਾ ਆਦਮੀ ਹੈ ਤੇ ਉਹ ਅੱਜ ਮੈਨੂੰ ਲੱਗ ਰਿਹਾ ਕਿ ਰੱਜ ਹੋਇਆ। ਬਹੁਤ ਮਜ਼ਾ ਆਇਆ ਤੁਹਾਡੀ ਗੁਫ਼ਤਗੂ ਦਾ ਤੇ ਉਹ ਅੱਜ ਮੁਹਸਨ ਅब्बास हैदर ਕੁਛ ਹੋਰ ਨਜ਼ਰ ਆਇਆ ਤੇ ਅੱਲਾਹ ਪਾਕ ਇਹਨੂੰ ਹੋਰ ਬਰਕਤ ਦੇਵੇ, ਆਮਦ ਨੂੰ ਬਰਕਤ ਦੇਵੇ, ਕਲਮ ਨੂੰ ਬਰਕਤ ਦੇਵੇ, ਗਲੇ ਨੂੰ ਬਰਕਤ ਦੇਵੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੇ ਅੱਲਾਹ ਪਾਕ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਕਿਉਂਕਿ ਉਹ ਜੋ ਨਜ਼ਰ ਆ ਰਿਹਾ ਨਾ ਜੀ ਉਹ ਇਹ ਦਿਨ ਬ ਦਿਨ ਅੱਲਾਹ ਪਾਕ ਨੇ ਇਹਦੇ 'ਚ ਹੋਰ ਬਰਕਤ ਪਾਉਣੀ। ਅੱਲਾਹ ਖੈਰ। ਤੇ ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਜਾਓ ਇਨਸਾਨ ਦੀ ਸੂਰਤ, ਜਗ੍ਹਾ ਦੀ ਸੂਰਤ, ਸਕੂਨ ਅੱਗੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੋਵੇ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਭਾਜੀ।